ਬੱਚਿਓ, ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ। ਬੇਟਾ, ਅੱਜ ਆਪਾਂ ਜਮਾਤ 7ਵੀਂ ਦੀ ਸਮਾਜਿਕ ਵਿਗਿਆਨ ਦੀ ਪੁਸਤਕ ਵਿੱਚੋਂ ਪਾਠ ਨੰਬਰ 13, ਜਿਸ ਦਾ ਸਿਰਲੇਖ ਹੈ ਦਿੱਲੀ ਸਲਤਨਤ, ਉਸ ਦੇ ਭਾਗ ਨੰਬਰ 2 ਬਾਰੇ ਪੜ੍ਹਾਂਗੇ। ਸੋ ਪਿਆਰੇ ਬੱਚਿਓ, ਜਿਵੇਂ ਕਿ ਅਸੀਂ ਭਾਗ ਪਹਿਲਾ ਵਿੱਚ ਦੇਖ ਚੁੱਕੇ ਹਾਂ ਕਿ ਦਿੱਲੀ ਸਲਤਨਤ ਦੇ ਪਹਿਲੇ ਸੁਲਤਾਨ ਕੁਤਬਦੀਨ ਐਬਕ, ਜਿਹੜਾ ਬੇਟਾ ਉਸਦਾ ਸੰਸਥਾਪਕ ਵੀ ਸੀ, ਦੀ 1210 ਈਸਵੀ ਵਿੱਚ ਘੋੜੇ ਤੋਂ ਡਿੱਗ ਕੇ ਅਚਾਨਕ ਮੌਤ ਹੋ ਗਈ ਸੀ। ਤੁਹਾਨੂੰ ਪਤਾ ਹੀ ਹੈ ਵੀ ਉਸ ਸਮੇਂ ਇਹ ਗੇਮ ਖੇਡ ਰਿਹਾ ਸੀ ਘੋੜੇ ਦੇ ਉੱਤੇ ਬੈਠ ਕੇ, ਜਿਹਨੂੰ ਆਪਾਂ ਪੋਲੋ ਬੋਲਦੇ ਹਾਂ, ਜਾਂ ਉਸ ਫਾਰਸੀ ਭਾਸ਼ਾ ਦੇ ਵਿੱਚ ਚੌਗਾਨ ਵੀ ਬੋਲਿਆ ਜਾਂਦਾ ਹੈ। ਉਸ ਨੂੰ ਇਹ ਡਿੱਗਿਆ ਅਤੇ ਅਚਾਨਕ ਇਸ ਦੀ ਮੌਤ ਹੋ ਗਈ। ਇਸ ਤੋਂ ਮਗਰੋਂ ਦਿੱਲੀ ਸਲਤਨਤ ਨੂੰ ਹੁਣ ਇੱਕ ਨਵੇਂ ਸੁਲਤਾਨ ਦੀ ਜ਼ਰੂਰਤ ਸੀ, ਜੋ ਕਿ ਕੁਤਬਦੀਨ ਐਬਕ ਦਾ ਉੱਤਰਾਧਿਕਾਰੀ ਸੀ। ਉਸ ਦਾ ਨਾਮ ਸੀ ਆਰਾਮ ਸ਼ਾਹ। ਸੋ ਪਿਆਰੇ ਬੱਚਿਓ, ਕੁਤਬਦੀਨ ਐਬਕ ਦਾ ਉੱਤਰਾਧਿਕਾਰੀ ਸੀ ਉਸ ਦਾ ਪੁੱਤਰ ਆਰਾਮ ਸ਼ਾਹ। ਹੁਣ ਬੇਟਾ, ਜਿਵੇਂ ਕਿ ਉਸ ਦਾ ਨਾਮ ਹੈ ਆਰਾਮ ਸ਼ਾਹ, ਤਾਂ ਕੁਤਬਦੀਨ ਐਬਕ ਦੀ ਮੌਤ ਤੋਂ ਬਾਅਦ ਉਸ ਦਾ ਬੇਟਾ ਆਰਾਮ ਸ਼ਾਹ ਸਿੰਘਾਸਨ ਤੇ ਬੈਠਿਆ, ਪਰ ਉਹ ਬੜਾ ਹੀ ਅਯੋਗ ਅਤੇ ਨਿਕੰਮਾ ਸੁਲਤਾਨ ਸਿੱਧ ਹੋਇਆ। ਛੇਤੀ ਹੀ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਹੁਣ ਦੇਖੋ, ਜਿਹੋ ਜਿਹਾ ਉਹਦਾ ਨਾਮ ਸੀ ਆਰਾਮ ਸ਼ਾਹ, ਇਹ ਬੰਦਾ ਵਿਚਾਰਾ ਆਰਾਮ ਹੀ ਕਰਦਾ ਰਹਿੰਦਾ ਸੀ, ਇਹਨੇ ਰਾਜ ਪਾਟ ਕਰਨੀ ਕੋਈ ਧਿਆਨ ਨਹੀਂ ਦਿੱਤਾ। ਇਸ ਕਰਕੇ ਜਿਹੜੇ ਸਰਦਾਰ ਸੀ ਜਾਂ ਉਹਦੇ ਨਾਲ ਦੇ ਹੋਰ ਮੰਤਰੀ ਸੀ, ਉਹਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰਤਾ। ਸ਼ਾਸਨ ਦਾ ਬੁਰਾ ਹਾਲ ਹੋ ਗਿਆ। ਤਾਂ ਛੇਤੀ ਹੀ ਉਸੇ ਦੇ ਇੱਕ ਦਾਸ 1211 ਈਸਵੀ ਵਿੱਚ ਇਲਤੁਤਮਿਸ਼ ਨੇ ਆਰਾਮ ਸ਼ਾਹ ਨੂੰ ਮਾਰ ਕੇ ਆਪਣੇ ਆਪ ਨੂੰ ਦਿੱਲੀ ਦਾ ਸੁਲਤਾਨ ਬਣਾ ਲਿਆ। ਹੁਣ ਤੁਹਾਡੇ ਯਾਦ ਹੋਊਗਾ, ਇਹ ਜਿਹੜਾ ਇਲਤੁਤਮਿਸ਼ ਸੀ, ਇਹ ਕੁਤਬਦੀਨ ਐਬਕ ਦਾ ਦਾਸ ਸੀ। ਸੋ ਉਸ ਨੇ ਕੁਤਬਦੀਨ ਐਬਕ ਦੇ ਮੁੰਡੇ ਆਰਾਮ ਸ਼ਾਹ ਨੂੰ ਮਾਰਤਾ ਤੇ ਆਪ ਦਿੱਲੀ ਦਾ ਸੁਲਤਾਨ ਬਣ ਗਿਆ। ਸੋ ਉਰੋਂ ਹੁਣ ਦਿੱਲੀ ਸਲਤਨਤ ਦਾ ਇੱਕ ਨਵਾਂ ਚੈਪਟਰ ਸ਼ੁਰੂ ਹੁੰਦਾ ਹੈ, ਜਿਸ ਦੀ ਸ਼ੁਰੂਆਤ ਹੁੰਦੀ ਹੈ ਇਲਤੁਤਮਿਸ਼ ਦੇ ਸੁਲਤਾਨ ਬਣਨ ਨਾਲ। ਇਲਤੁਤਮਿਸ਼ ਦਾ ਜਿਹੜਾ ਹੈ ਨਾ, ਆਪਣੇ ਕੋਲ ਜਾਣਾ, ਇਹ ਬੜਾ ਇੰਪੋਰਟੈਂਟ ਚੀਜ਼ ਹੈ ਵੀ ਇਲਤੁਤਮਿਸ਼ ਕੌਣ ਸੀ। ਕੁਤਬਦੀਨ ਐਬਕ ਦਾ ਇਹ ਦਾਸ ਸੀ, ਇਹ ਯਾਦ ਰੱਖਿਓ। ਇਸ ਦਾ ਪੂਰਾ ਨਾਮ ਸ਼ਮਸ਼ਉਦੀਨ ਇਲਤੁਤਮਿਸ਼ ਸੀ। ਇਸ ਦਾ ਪੂਰਾ ਨਾਮ ਕੀ ਸੀ? ਸ਼ਮਸ਼ਉਦੀਨ ਇਲਤੁਤਮਿਸ਼। ਸੋ ਇਹ ਹੁਣ ਦਿੱਲੀ ਦਾ ਸੁਲਤਾਨ ਬਣ ਗਿਆ। ਤਾਂ ਇਲਤੁਤਮਿਸ਼ ਦੀ ਯੋਗਤਾ, ਪਹਿਲਾਂ ਇਹਦੀ ਆਪਾਂ ਕੁਝ ਚੀਜ਼ਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੀਏ ਵੀ ਇਹ ਦਾਸ ਤਾਂ ਸੀਗਾ ਹੀ ਕੁਤਬਦੀਨ ਐਬਕ ਦਾ, ਪਰ ਇਹ ਬੜਾ ਕਾਬਲ ਵਿਅਕਤੀ ਸੀ। ਇਸ ਦੀ ਯੋਗਤਾ ਅਤੇ ਇਮਾਨਦਾਰੀ ਤੋਂ ਪ੍ਰਭਾਵਿਤ ਹੋ ਕੇ ਕੁਤਬਦੀਨ ਐਬਕ ਨੇ ਉਸ ਨੂੰ ਆਪਣੇ ਦਰਬਾਰ ਦੇ ਵਿੱਚ ਅਮੀਰੇ ਸ਼ਿਕਾਰ ਦੀ ਇੱਕ ਉਪਾਧੀ ਨਾਲ ਵੀ ਸਨਮਾਨਿਤ ਕੀਤਾ ਸੀ। ਉਸ ਦੇ ਉੱਤੇ ਇਹਨੂੰ ਨਿਯੁਕਤ ਕੀਤਾ ਗਿਆ ਸੀ। ਬੇਟਾ, ਮੰਤਰੀਆਂ ਦੇ ਵਿੱਚ ਇੱਕ ਅਹੁਦਾ ਹੁੰਦਾ ਸੀ ਅਮੀਰੇ ਸ਼ਿਕਾਰ, ਉਹ ਇਸ ਨੂੰ ਦਿੱਤਾ ਗਿਆ ਸੀ ਇਲਤੁਤਮਿਸ਼ ਨੂੰ, ਉਸ ਦੇ ਮਾਲਕ ਕੁਤਬਦੀਨ ਐਬਕ ਦੁਆਰਾ। ਹੋਰ ਇਹਦੀਆਂ ਕੀ ਖੂਬੀਆਂ ਸੀ ਇਸ ਵਿਅਕਤੀ ਦੀਆਂ, ਹਨਾ, ਜਿਸ ਦੇ ਕਰਕੇ ਇੰਨਾ ਪ੍ਰਸਿੱਧ ਹੋਇਆ। ਕੁਤਬਦੀਨ ਐਬਕ ਨੇ ਆਪਣੀ ਬੇਟੀ ਦਾ ਵਿਆਹ ਇਲਤੁਤਮਿਸ਼ ਨਾਲ ਕਰ ਦਿੱਤਾ ਸੀ। ਆਪਾਂ ਪਿਛਲੇ ਪਾਠ ਦੇ ਵਿੱਚ ਪੜ੍ਹ ਕੇ ਆਏ ਹਾਂ ਵੀ ਕੁਤਬਦੀਨ ਐਬਕ ਨੇ ਆਪਣੇ ਇੱਕ ਬੜੇ ਵਫਾਦਾਰ ਦਾਸ ਦੇ ਨਾਲ ਆਪਣੀ ਬੇਟੀ ਦਾ ਵਿਆਹ ਕਰਤਾ ਸੀ। ਉਹ ਬੇਟਾ ਇਹੀ ਸੀ ਇਲਤੁਤਮਿਸ਼। ਇਸ ਨਾਲ ਉਸਨੇ ਆਪਣੀ ਪੁੱਤਰੀ ਦਾ ਨਿਕਾਹ ਵੀ ਕਰ ਦਿੱਤਾ ਸੀ, ਵਿਆਹ ਵੀ ਕਰ ਦਿੱਤਾ ਸੀ। ਹੁਣ ਇਲਤੁਤਮਿਸ਼ ਬੇਟਾ ਦਿੱਲੀ ਦਾ ਸੁਲਤਾਨ ਬਣ ਗਿਆ। ਕਦੋਂ ਬਣਿਆ ਸੀ ਬੇਟਾ? 1211 ਈਸਵੀ ਦੇ ਵਿੱਚ। ਕੁਤਬਦੀਨ ਐਬਕ ਦੀ ਮੌਤ ਤੋਂ ਮਗਰੋਂ ਆਰਾਮ ਸ਼ਾਹ ਨੂੰ ਮਾਰ ਕੇ 1211 ਈਸਵੀ ਦੇ ਵਿੱਚ ਇਲਤੁਤਮਿਸ਼ ਦਿੱਲੀ ਦਾ ਸੁਲਤਾਨ ਬਣਿਆ ਤੇ ਉਸ ਨੇ ਬੇਟਾ 1236 ਈਸਵੀ ਤੱਕ ਦਿੱਲੀ ਦੇ ਉੱਤੇ ਸ਼ਾਸਨ ਕੀਤਾ। ਉਸ ਦਾ ਸਭ ਤੋਂ ਮਹੱਤਵਪੂਰਨ ਕਾਰਜ ਸੀ, ਉਸ ਨੇ ਲਾਹੌਰ ਦੀ ਥਾਂ, ਦੇਖੋ ਕੁਤਬਦੀਨ ਐਬਕ ਨੇ ਰਾਜਧਾਨੀ ਕਿਹਨੂੰ ਬਣਾਇਆ ਸੀ? ਲਾਹੌਰ ਨੂੰ। ਹੁਣ ਇਲਤੁਤਮਿਸ਼ ਸੁਲਤਾਨ ਬਣ ਗਿਆ ਤਾਂ ਇਹਨੇ ਕੀ ਕੀਤਾ ਜੀ? ਲਾਹੌਰ ਦੀ ਥਾਂ ਤੇ ਦਿੱਲੀ ਨੂੰ ਆਪਣੇ ਰਾਜ ਦੀ ਰਾਜਧਾਨੀ ਘੋਸ਼ਿਤ ਕੀਤਾ। ਸੋ ਪੁੱਤਰ ਦੀ ਉਰੇ ਯਾਦ ਰੱਖਿਓ, ਇਸੇ ਕਰਕੇ ਇਲਤੁਤਮਿਸ਼ ਨੂੰ ਦਿੱਲੀ ਵਿਖੇ ਦਾਸ ਵੰਸ਼ ਦਾ ਅਸਲੀ ਸੰਸਥਾਪਕ ਵੀ ਕਿਹਾ ਜਾਂਦਾ ਹੈ। ਕਿਉਂ? ਕੁਤਬਦੀਨ ਐਬਕ ਨੇ ਕਿੱਥੇ ਸਥਾਪਿਤ ਕਰ ਲਈ ਸੀ? ਲਾਹੌਰ ਵਿਖੇ ਰਾਜਧਾਨੀ ਸਥਾਪਿਤ ਕੀਤੀ। ਦਿੱਲੀ ਵਿਖੇ ਕੌਣ ਲੈ ਕੇ ਆਇਆ? ਇਲਤੁਤਮਿਸ਼। ਇਸੇ ਕਰਕੇ ਇਸ ਨੂੰ ਦਿੱਲੀ ਵਿਖੇ ਅਸੀਂ ਦਾਸ ਵੰਸ਼ ਦਾ ਅਸਲੀ ਸੰਸਥਾਪਕ ਵੀ ਬੋਲ ਦਿੰਦੇ ਹਾਂ। ਬੜਾ ਇੰਪੋਰਟੈਂਟ ਪ੍ਰਸ਼ਨ ਹੈ। ਇਲਤੁਤਮਿਸ਼ ਨੇ ਆਪਣੀ ਰਾਜਧਾਨੀ ਕਿਸ ਨੂੰ ਬਣਾਇਆ? ਦਿੱਲੀ ਨੂੰ ਬਣਾਇਆ। ਸੋ ਅੱਗੇ ਆਪਾਂ ਦੇਖਦੇ ਹਾਂ, ਜਦੋਂ ਇਲਤੁਤਮਿਸ਼ ਸੁਲਤਾਨ ਬਣਿਆ ਤਾਂ ਉਸ ਸਮੇਂ ਦਿੱਲੀ ਦੀ ਹੋਂਦ ਨਾ ਦੇ ਬਰਾਬਰ ਹੀ ਸੀ। ਬਿਲਕੁਲ 1206 ਈਸਵੀ ਜਦੋਂ ਦਿੱਲੀ ਦੀ ਸਥਾਪਨਾ ਹੀ ਹੋਈ ਹੈ। 1211 ਈਸਵੀ ਵਿੱਚ ਆਰਾਮ ਸ਼ਾਹ ਨੂੰ ਮਾਰ ਕੇ ਦਿੱਲੀ ਦਾ ਸੁਲਤਾਨ ਬਣ ਗਿਆ। 5 ਸਾਲ ਹੋਏ ਸੀ। 5 ਸਾਲਾਂ ਦੇ ਵਿੱਚ ਦਿੱਲੀ ਦੀ ਇੰਨਾ ਕੋਈ ਵਿਕਾਸ ਵੀ ਨਹੀਂ ਸੀ ਹੋਇਆ। ਸੋ ਉਹਦਾ ਨਾਮ ਮਾਤਰ ਸੀ, ਤਾਂ ਉਹਨੂੰ ਬੜੀਆਂ ਪ੍ਰੋਬਲਮਾਂ ਦਾ, ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਉਸ ਦੇ ਸਾਹਮਣੇ ਅਮੀਰ ਸਰਦਾਰਾਂ ਦਾ ਵਿਰੋਧ, ਜਿਹੜੇ ਉੱਥੋਂ ਦੇ ਬੜੇ ਬੜੇ ਰਈਸ ਸੀਗੇ, ਸੈਨਿਕ ਸੀਗੇ, ਜਾਂ ਕਈ ਸੂਬੇਦਾਰ ਬੜੇ ਸੀਗੇ, ਰਾਜਪੂਤ ਰਾਜਿਆਂ ਅਤੇ ਬੰਗਾਲ ਦੇ ਸਰਦਾਰ ਖਲਜੀ,
ਦੀ ਸੁਤੰਤਰ ਹੋਣ ਦੇ ਯਤਨ। ਬੇਟਾ ਇਹ ਜਿਹੜੇ ਰਾਜਪੂਤ ਰਾਜੇ ਸੀ ਆਪਣਿਆਂ ਨੂੰ ਇੰਡੀਪੈਂਡੈਂਟ ਬਣਾਉਣਾ ਚਾਹੁੰਦੇ ਸੀ, ਆਜ਼ਾਦ ਰੱਖਣਾ ਚਾਹੁੰਦੇ ਸੀ। ਫਿਰ ਸਭ ਤੋਂ ਵੱਡਾ ਮੰਗੋਲਾਂ ਦੇ ਭਾਰਤ 'ਤੇ ਹਮਲੇ ਆਦਿ ਅਨੇਕ ਪਹਾੜਾਂ ਵਰਗੀਆਂ ਸਮੱਸਿਆਵਾਂ ਖੜੀਆਂ ਸਨ। ਇਹਨੇ ਸੁਲਤਾਨ ਤਾਂ ਆਪਣੇ ਨੂੰ ਘੋਸ਼ਿਤ ਕਰ ਲਿਆ, ਪਰ ਇਹਦੇ ਕੋਲ ਬੇਟਾ ਇੰਨੀਆਂ ਸਾਰੀਆਂ ਪ੍ਰੋਬਲਮਸ ਇਹਦੇ ਸਾਹਮਣੇ ਸੀਗੀਆਂ, ਜਿਹਦੇ ਵਿੱਚ ਵੱਖ-ਵੱਖ ਵੱਡੀਆਂ ਪ੍ਰੋਬਲਮ ਸੀਗੀਆਂ। ਮੇਨ ਪ੍ਰੋਬਲਮ ਸੀ ਜਿਹੜੇ ਮੰਗੋਲ ਸੀਗੇ ਉਹ ਵੀ ਭਾਰਤ ਦੇ ਉੱਤੇ ਹਮਲਾ ਕਰ ਰਹੇ ਸੀ, ਇਹ ਬੜੀ ਪ੍ਰੋਬਲਮ ਸੀ। ਪਰ ਭਾਰਤ ਦੇ ਅੰਦਰੂਨੀ ਸਰਦਾਰਾਂ ਦਾ ਵਿਰੋਧ ਵੀ ਇਸ ਨੂੰ ਝੱਲਣਾ ਪਿਆ। ਸੋ ਇਲਤੁਤਮਿਸ਼ ਨੇ ਆਪਣੀ ਕਾਬਲੀਅਤ ਦੇ ਨਾਲ ਇਹਨਾਂ ਨੂੰ ਨਜਿੱਠਿਆ। ਦਿੱਲੀ ਸਲਤਨਤ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਪਹਿਲਾਂ ਇਲਤੁਤਮਿਸ਼ ਨੇ ਆਪਣੇ ਅਮੀਰਾਂ ਉੱਪਰ ਕਾਬੂ ਪਾਇਆ ਜੋ ਦਿੱਲੀ ਸਲਤਨਤ ਦੇ ਵਿਰੁੱਧ ਸਨ। ਬੇਟਾ ਉਹੀ ਜਿਹੜੇ ਅਮੀਰ ਸੀਗੇ, ਇਹਨੇ ਬੜੀ ਆਪਦੀ ਹਾਰਡ ਐਂਡ ਫਾਸਟ ਨੀਤੀਆਂ ਅਪਣਾਈਆਂ, ਹੈ ਨਾ, ਜਿਹਦੇ ਕਰਕੇ ਇਹਨਾਂ ਨੇ ਅਮੀਰਾਂ ਉੱਤੇ ਕੰਟਰੋਲ ਪਾਇਆ ਤਾਂ ਜੋ ਅੰਦਰੂਨੀ ਵਿਦਰੋਹ ਨੂੰ ਨਿਯੰਤਰਣ ਕੀਤਾ ਜਾ ਸਕੇ ਅਤੇ ਵਿਕਾਸ ਕੀਤਾ ਜਾ ਸਕੇ ਅਤੇ ਆਪਦੇ ਰਾਜਪਾਟ ਨੂੰ ਹੋਰ ਇਨਕਰੀਜ਼ ਕੀਤਾ ਜਾ ਸਕੇ। ਉਸਨੇ ਗਜਨੀ ਦੇ ਤਜਾਉਦੀਨ ਜਲਦੋਜ਼ ਅਤੇ ਮੁਲਤਾਨ ਦੇ ਨਸੀਰੁਦੀਨ ਕੁਵਾਚਾ ਨੂੰ ਹਰਾ ਦਿੱਤਾ। ਹੁਣ ਤੁਹਾਡੇ ਯਾਦ ਹੋਵੇ ਮੁਹੰਮਦ ਗੌਰੀ ਦੇ ਬੇਟਾ ਇਹ ਦਾਸ ਸੀਗੇ, ਇਹ ਵੀ ਕੁਤਬਦੀਨ ਐਬਕ ਦੇ ਨਾਲ ਤਜਾਉਦੀਨ ਜਲਦੋਜ਼ ਅਤੇ ਨਸੀਰੁਦੀਨ ਕੁਵਾਚਾ, ਇਹ ਉਹਦੇ ਮੁਹੰਮਦ ਗੌਰੀ ਦੇ ਦਾਸ ਸੀਗੇ, ਜਿਹਦੇ ਵਿੱਚੋਂ ਇੱਕ ਦਾਸ ਸੀਗਾ ਕੁਤਬਦੀਨ ਐਬਕ। ਸੋ ਉਹਦੇ ਵਿੱਚ ਉਦੋਂ ਇਹ ਜਿਹੜਾ ਗਜਨੀ ਸੀ, ਜਦੋਂ ਮੁਹੰਮਦ ਗੌਰੀ ਦੀ ਮੌਤ ਹੋਈ ਤਾਂ ਜਲਦੋਜ਼ ਨੇ ਗਜਨੀ ਉੱਪਰ ਕਬਜ਼ਾ ਕਰ ਲਿਆ ਸੀ। ਤਾਂ ਇਹ ਇਲਤੁਤਮਿਸ਼ ਨੇ ਇਹਨਾਂ ਦੋਨਾਂ ਨੂੰ ਵੀ ਕਿਸੇ ਨਾ ਕਿਸੇ ਸਕੀਮ ਦੇ ਅਕੋਰਡਿੰਗਲੀ ਕੋਈ ਯੋਜਨਾ ਬਣਾ ਕੇ ਇਹਨਾਂ ਨੂੰ ਵੀ ਹਰਾਇਆ ਅਤੇ ਇਹਨੇ ਕੰਟਰੋਲ ਕੀਤਾ, ਕਿਉਂਕਿ ਇਹ ਹੀ ਵੱਡੀਆਂ ਸ਼ਕਤੀਆਂ ਸੀਗੀਆਂ ਜਿਹੜੀਆਂ ਇਹਦੇ ਅੰਦਰੂਨੀ ਸਾਮਰਾਜ ਨੂੰ ਖਤਰਾ ਪੈਦਾ ਕਰ ਸਕਦੀਆਂ ਸੀ। ਸੋ ਉਸਨੇ ਆਪਣੀ ਦਲੇਰੀ ਨਾਲ, ਆਪਣੀਆਂ ਯੋਜਨਾਵਾਂ ਦੇ ਨਾਲ ਇਹਨਾਂ ਦੋਨਾਂ ਨੂੰ ਹਰਾ ਕੇ ਵੀ ਇਹਨਾਂ ਦੇ ਨਿਰੰਤਰ ਪਾਇਆ, ਕੰਟਰੋਲ ਕੀਤਾ। ਫਿਰ ਬੇਟਾ ਜਿਹੜੇ ਭਾਰਤ ਦੇ ਅੰਦਰੂਨੀ ਰਾਜਪੂਤ ਸੀਗੇ, ਉਹ ਉਸ ਦੇ ਵਿੱਚੋਂ ਗਵਾਲੀਅਰ, ਉਜੈਨ, ਰਣਭੋਰ ਆਦਿ ਵਰਗੇ ਰਾਜਪੂਤਾਂ ਨੂੰ ਹਰਾਇਆ ਅਤੇ ਉਹਨਾਂ ਨੇ ਕਿਲ੍ਹਿਆਂ ਉੱਤੇ ਅਧਿਕਾਰ ਕਰ ਲਿਆ। ਕਿਲ੍ਹੇ ਮੋਸਟ ਇੰਪੋਰਟੈਂਟ ਹੁੰਦੇ ਸੀ ਉਸ ਸਮੇਂ, ਵੀ ਕਿਲ੍ਹੇ ਦਾ ਅਧਿਕਾਰ ਕਿਹਦਾ ਹੋ ਗਿਆ। ਸੋ ਇਹਨਾਂ ਰਾਜਪੂਤਾਂ ਉੱਤੇ ਵੀ ਇਸਨੇ ਕੰਟਰੋਲ ਕੀਤਾ, ਉਹਨਾਂ ਨੂੰ ਹਰਾਇਆ ਅਤੇ ਉਹਨਾਂ ਦੇ ਕਬਜ਼ੇ, ਉਹਨਾਂ ਦੇ ਜਿਹੜੇ ਕਿਲ੍ਹੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਰਿਹਾ। ਇਸ ਤਰ੍ਹਾਂ ਬੇਟਾ ਹੌਲੀ ਹੌਲੀ ਉਹਨੇ ਅੰਦਰੂਨੀ ਸ਼ਕਤੀਆਂ ਨੂੰ ਦਬਾਉਣਾ ਸ਼ੁਰੂ ਕੀਤਾ ਅਤੇ ਆਪਣੇ ਸਾਮਰਾਜ ਦਾ ਵਿਕਾਸ ਕਰਨਾ ਸ਼ੁਰੂ ਕੀਤਾ। ਫਿਰ ਸੀ ਬੇਟਾ ਬੰਗਾਲ ਦੇ ਵਿੱਚ ਵੀ ਵਿਦਰੋਹ ਹੋ ਰਿਹਾ ਸੀ, ਉਹ ਵੀ ਆਪਣਿਆਂ ਨੂੰ ਇੰਡੀਪੈਂਡੈਂਟ ਕਰਨਾ ਚਾਹੁੰਦੇ ਸੀ, ਪਰ ਇਸ ਨੇ ਆਪਣੀਆਂ ਨੀਤੀਆਂ ਦੇ ਨਾਲ ਜਿਹੜਾ ਬੰਗਾਲ ਦੇ ਵਿੱਚ ਵਿਦਰੋਹ ਹੋ ਰਿਹਾ ਸੀ ਉਸ ਨੂੰ ਕੁਚਲ ਦਿੱਤਾ ਅਤੇ ਬੰਗਾਲ ਨੂੰ ਦੁਬਾਰਾ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਸੋ ਬੇਟਾ ਹੌਲੀ ਹੌਲੀ ਇਹ ਜਿਹੜਾ ਸੀਗਾ ਇਲਤੁਤਮਿਸ਼ ਨੇ, ਇਸ ਨੇ ਆਪਣੇ ਸਾਮਰਾਜ ਨੂੰ ਜਾਂ ਦਿੱਲੀ ਸਲਤਨਤ ਨੂੰ ਜਿਹੜਾ ਹੋਰ ਮਜ਼ਬੂਤ ਬਣਾਉਣਾ ਸ਼ੁਰੂ ਕਰ ਦਿੱਤਾ। ਬੰਗਾਲ ਦੇ ਸੂਬੇਦਾਰ ਗਿਆਸੁਦੀਨ ਨੂੰ ਹਰਾਇਆ। ਉਦੋਂ ਬੇਟਾ ਬੰਗਾਲ ਦਾ ਸੂਬੇਦਾਰ ਕਿਹੜਾ ਸੀ? ਗਿਆਸੁਦੀਨ ਸੀ, ਜਿਸ ਨੂੰ ਇਸਨੇ ਹਰਾ ਕੇ ਬੰਗਾਲ ਨੂੰ ਦੁਬਾਰਾ ਆਪਣੇ ਕਬਜ਼ੇ ਵਿੱਚ ਲੈ ਲਿਆ। ਜਦ ਕਿ ਇਹ ਬੰਗਾਲ ਦਾ ਸੂਬੇਦਾਰ ਸੀ, ਇਹ ਆਪਣਿਆਂ ਨੂੰ ਇੰਡੀਪੈਂਡੈਂਟ ਕਰਾਉਣਾ ਚਾਹੁੰਦਾ ਸੀ, ਆਜ਼ਾਦ ਕਰਾਉਣਾ ਚਾਹੁੰਦਾ ਸੀ। ਸੋ ਇਸ ਨੇ ਇਹ ਚੀਜ਼ਾਂ ਨੂੰ ਕੰਟਰੋਲ ਕੀਤਾ। ਤਾਂ ਸਭ ਤੋਂ ਵੱਡਾ ਇੱਕ ਹੋਰ ਜਿਹੜਾ ਖਤਰਾ ਆਪਾਂ ਹੁਣੀ ਗੱਲ ਕਰਕੇ ਆਏ ਹਾਂ, ਮੰਗੋਲਾਂ ਵਾਲਾ ਖਤਰਾ ਸੀ ਜਿਹੜਾ, ਹੈ ਨਾ, ਉਹ ਵੀ 1221 ਈਸਵੀ ਵਿੱਚ ਇਲਤੁਤਮਿਸ਼ ਨੇ ਆਪਣੀ ਦੂਰਦ੍ਰਿਸ਼ਟੀ ਦਾ ਭਾਵ ਹੁੰਦਾ ਵੀ ਸਾਨੂੰ ਕਿਸੇ ਚੀਜ਼ ਬਾਰੇ ਅਸੀਂ ਅੱਜ ਜਿਹੜਾ ਡਿਸੀਜ਼ਨ ਲਈਏ, ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਸਾਨੂੰ ਫਾਇਦਾ ਹੋ ਜੇ, ਜਾਂ ਸਾਨੂੰ ਪਤਾ ਹੋਵੇ ਵੀ ਆਉਣ ਵਾਲੇ ਸਮੇਂ 'ਚ ਅਜਿਹਾ ਕੁਝ ਹੋ ਸਕਦਾ ਹੈ, ਅਸੀਂ ਉਹ ਸੰਭਾਵਨਾਵਾਂ ਨੂੰ ਦੇਖਦੇ ਹੋਏ ਅੱਜ ਕੁਝ ਯੋਜਨਾਵਾਂ ਬਣਾ ਲਈਏ। ਉਹ ਦੂਰਦਰਸ਼ੀ ਅਤੇ ਸਿਆਣੀ ਨੀਤੀ ਦੇ ਨਾਲ ਭਾਰਤ ਨੂੰ ਮੰਗੋਲਾਂ, ਮੇਨ ਚੰਗੇਜ਼ ਖਾਨ ਬੇਟਾ ਇਹਨੇ ਹਮਲੇ ਕੀਤੇ ਸੀ ਭਾਰਤ ਦੇ ਉੱਤੇ, ਇਸ ਹਮਲਿਆਂ ਤੋਂ ਭਾਰਤ ਨੂੰ ਬਚਾਇਆ। ਜੇਕਰ ਹਿਸਟਰੀ ਦੇ ਵਿੱਚ ਆਉਂਦਾ ਵੀ ਜੇ ਕਿਤੇ ਮੰਗੋਲਾਂ ਦੇ ਹਮਲੇ ਭਾਰਤ ਹੁੰਦੇ ਤਾਂ ਅੱਜ ਭਾਰਤ ਦੀ ਦਸ਼ਾ ਕੁਛ ਹੋਰ ਹੁੰਦਾ ਸੀ, ਭਾਰਤ ਦਾ ਨਕਸ਼ਾ ਕੁਝ ਹੋਰ ਹੋਣਾ ਸੀ। ਸੋ ਇਹ ਇਲਤੁਤਮਿਸ਼ ਸੀ ਜਿਸ ਨੇ ਆਪਣੀ ਸੂਝਵਾਨ ਨੀਤੀ, ਸਿਆਣੀ ਨੀਤੀ ਦੇ ਨਾਲ ਭਾਰਤ ਨੂੰ ਇਹਨਾਂ ਮੰਗੋਲਾਂ ਦੇ ਖਤਰਨਾਕ ਹਮਲਿਆਂ ਤੋਂ ਵੀ ਬਚਾਇਆ। ਸੋ ਰਾਜ ਦੇ ਪ੍ਰਸ਼ਾਸਨ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਉਸਨੇ 40 ਤੁਰਕ ਅਮੀਰਾਂ ਦੀ ਨਿਯੁਕਤੀ ਕੀਤੀ। ਬੜਾ ਹੀ ਇੰਪੋਰਟੈਂਟ ਹੈ ਬੇਟਾ, ਉਰੇ ਯਾਦ ਰੱਖਿਓ, ਇਹ 40 ਤੁਰਕ ਅਮੀਰਾਂ ਭਾਵ ਉਹਨੇ ਇੱਕ ਸੈਨਿਕ ਦਾ ਗਠਨ ਬਣਾਇਆ, 40 ਬੰਦਿਆਂ ਦੀ ਇੱਕ ਟੀਮ ਬਣਾਈ ਜਿਸ ਨੂੰ ਚਾਲੀਸਾ ਨਾਮ ਦਿੱਤਾ ਗਿਆ। ਬੜਾ ਇੰਪੋਰਟੈਂਟ ਹੈ ਵੀ ਚਾਲੀਸਾ ਦੀ ਸਥਾਪਨਾ ਕਿਸ ਨੇ ਕੀਤੀ? ਯਾਦ ਰੱਖਿਓ, ਇਲਤੁਤਮਿਸ਼ ਨੇ ਇਹ ਚਾਲੀਸਾ ਦੀ ਜਿਹੜੀ ਸਥਾਪਨਾ ਕੀਤੀ ਸੀ। ਇਹਦੇ ਵਿੱਚ 40 ਤੁਰਕ ਅਮੀਰ ਸੀ ਜਿਨ੍ਹਾਂ ਨੂੰ ਸੈਨਿਕ ਵੀ ਕਿਹਾ ਜਾਂਦਾ ਹੈ। ਉਹ ਤੋਰਾ ਫੇਰਾ ਕਰਦੇ ਸੀ, ਰਾਤ ਨੂੰ ਪਹਿਰੇਦਾਰੀ ਕਰਦੇ ਸੀ, ਜਾਂ ਉਹਨਾਂ ਦਾ ਹੁੰਦਾ ਸੀਗਾ ਵੀ ਚਹਿਲ ਕਦਮੀ ਕਰਦੇ ਰਹਿਣਾ, ਤੁਰਦੇ ਮੂਵਿੰਗ ਦੇ ਵਿੱਚ ਰਹਿੰਦੇ ਸੀ, ਜਿਹੜੇ ਬੜੇ ਸਟਰੋਂਗ ਹੁੰਦੇ ਸੀ, ਉਹਨਾਂ ਕੋਲ ਬੜੀ ਪਾਵਰ ਹੁੰਦੀ ਸੀ। ਸੋ ਇਸ ਨੇ ਰਾਜ ਪ੍ਰਬੰਧ ਨੂੰ ਚੰਗੇ ਢੰਗ ਨਾਲ ਚਲਾਉਣ ਲਈ ਇਸ ਚਾਲੀਸਾ ਦੀ ਸਥਾਪਨਾ ਕੀਤੀ। ਜਿਹੜੇ 40 ਤੁਰਕ ਅਮੀਰ ਜਾਂ ਸਰਦਾਰ ਸੀਗੇ ਉਹ ਇਹਦੇ ਅਧੀਨ ਕੰਮ ਕਰਦੇ ਸੀ। ਸੋ ਪ੍ਰਸ਼ਨ ਆ ਜੇ, ਚਾਲੀਸਾ ਦੀ ਸਥਾਪਨਾ ਕਿਸ ਨੇ ਕੀਤੀ? ਇਲਤੁਤਮਿਸ਼ ਨੇ। ਕੀ ਸੀ ਵੀ 40 ਤੁਰਕ ਅਮੀਰ ਸੀ ਜਾਂ ਸੈਨਿਕ ਸੀ ਜਿਨ੍ਹਾਂ ਦਾ ਇੱਕ ਗਰੁੱਪ ਸੀ 40 ਬੰਦਿਆਂ ਦਾ, ਜਿਸ ਨੂੰ ਅਸੀਂ ਚਾਲੀਸਾ ਦਾ ਨਾਮ ਦਿੱਤਾ ਗਿਆ ਹੈ। ਸੋ ਆਪਾਂ ਦੇਖਿਆ ਸੀ ਬੇਟਾ ਕੁਤਬਦੀਨ ਐਬਕ ਨੇ ਦਿੱਲੀ ਦੇ ਨੇੜੇ ਮਹਿਰੌਲੀ ਵਿਖੇ ਕੁਤਬ ਮੀਨਾਰ ਦੀ ਜਿਹੜੀ ਉਸਾਰੀ ਦਾ ਕੰਮ ਸ਼ੁਰੂ ਤਾਂ ਕਰਵਾਇਆ ਸੀ, ਪਰ ਅਚਾਨਕ ਉਸ ਦੀ ਮੌਤ ਹੋ ਗਈ, ਇਸ ਕਰਕੇ ਕੰਪਲੀਟ ਨਹੀਂ ਸੀ ਹੋਇਆ।
ਸੋ ਇਲਤੁਤਮਿਸ਼ ਨੇ ਜਿਹੜਾ ਕੁਤਬ ਮੀਨਾਰ ਦੀ ਉਸਾਰੀ ਦਾ ਕੰਮ ਮੁਕੰਮਲ ਕਰਾਇਆ, ਇਸ ਨੂੰ ਇਹ ਰੂਪ ਦਿੱਤਾ ਜਿਹੜਾ ਤੁਹਾਡੇ ਸਾਹਮਣੇ ਤਸਵੀਰ ਦੇ ਉੱਤੇ ਆ ਰਿਹਾ ਹੈ। ਸੋ ਪ੍ਰਸ਼ਨ ਕਈ ਵਾਰ ਆ ਜਾਂਦਾ ਵੀ ਕੁਤਬ ਮੀਨਾਰ ਦੀ ਉਸਾਰੀ ਦਾ ਕੰਮ ਮੁਕੰਮਲ ਕਿਸ ਨੇ ਕਰਵਾਇਆ ਸੀ? ਉਹ ਬੇਟਾ ਇਲਤੁਤਮਿਸ਼ ਨੇ ਕਰਵਾਇਆ ਸੀ। ਸੋ ਅੱਗੇ ਆਪਾਂ ਦੇਖਦੇ ਹਾਂ, ਇਲਤੁਤਮਿਸ਼ ਨੇ ਟਕਾ ਜਿਹੜਾ ਚਾਂਦੀ ਦਾ ਸਿੱਕਾ ਹੁੰਦਾ ਸੀ, ਇੱਕ ਜਿੱਤਲ ਜਿਹੜਾ ਤਾਂਬੇ ਦਾ, ਅਰਬੀ ਭਾਸ਼ਾ ਦੇ 2 ਸਿੱਕੇ ਚਲਾਏ ਸੀ। ਇਹ ਵੀ ਯਾਦ ਰੱਖਿਓ, 2 ਸਿੱਕੇ ਸੀ, ਚਾਂਦੀ ਜਿਹਨੂੰ ਆਪਾਂ ਟਕਾ ਬੋਲਦੇ ਸੀ, ਟੰਕਾ ਬੋਲਦੇ ਸੀ, ਤੇ ਜਿਹੜਾ ਤਾਂਬਾ ਸੀ ਉਹਨੂੰ ਜਿੱਤਲ ਬੋਲਦੇ ਸੀ। ਸੋ ਆ ਉਹਨਾਂ ਦੀਆਂ ਪਿਕਚਰਸ ਆ ਗਈਆਂ, ਆਈ ਥਿੰਕ ਇਹ ਚਾਂਦੀ ਵਾਲੇ ਆ ਗਏ। ਆ ਸਾਡੇ ਕੋਲੇ ਤਾਂਬੇ ਦੇ ਜਿਹੜੇ ਸਿੱਕੇ ਉਸ ਸਮੇਂ ਅਰਬੀ ਭਾਸ਼ਾ ਦੇ ਉਹਨੇ ਚਲਾਏ ਸੀ, ਇਹ ਇਲਤੁਤਮਿਸ਼ ਦੁਆਰਾ ਚਲਾਏ ਗਏ ਸੀ। ਇਸ ਤੋਂ ਅੱਗੇ ਇਲਤੁਤਮਿਸ਼ ਨੇ ਇਕਤਾਦਾਰੀ ਪ੍ਰਥਾ ਦੀ ਸ਼ੁਰੂਆਤ ਕੀਤੀ। ਪ੍ਰਸ਼ਨ ਬਹੁਤ ਵਾਰ ਹੈ, ਇਕਤਾਦਾਰੀ ਪ੍ਰਥਾ ਦੀ ਸ਼ੁਰੂਆਤ ਕਿਸ ਨੇ ਕੀਤੀ? ਇਸ ਨੂੰ ਯਾਦ ਰੱਖਿਓ। ਦੇਖੋ ਇੱਕ ਆ ਗਿਆ ਨਾ ਸ਼ਬਦ, ਇੱਕ ਈੜੀ ਆ ਗਿਆ, ਇੱਕ ਤੋਂ ਕੀ ਸੀ? ਇਲਤੁਤਮਿਸ਼। ਇਹ ਯਾਦ ਰੱਖਿਓ, ਇਕਤਾਦਾਰੀ ਪ੍ਰਥਾ ਸੀ ਜਿਹੜੀ ਉਹ ਕਿਹਨੇ ਸ਼ੁਰੂ ਕੀਤੀ ਸੀ? ਇਲਤੁਤਮਿਸ਼ ਨੇ ਕੀਤੀ ਸੀ। ਹੁਣ ਪ੍ਰਸ਼ਨ ਇਹ ਹੈ ਵੀ ਇਹ ਇਕਤਾਦਾਰੀ ਪ੍ਰਥਾ ਕੀ ਸੀ? ਬੇਟਾ ਇਲਤੁਤਮਿਸ਼ ਨੇ ਵਧੀਆ ਢੰਗ ਨਾਲ ਜਿਹੜੇ ਕੰਮ ਕਰਦੇ ਸੀ, ਉਸਦੇ ਸੈਨਿਕ ਸੀ ਜਾਂ ਉਹਦੇ ਕਰਮਚਾਰੀ ਸੀ, ਉਹਨਾਂ ਨੂੰ ਨਗਦ ਪੇਮੈਂਟ ਤਾਂ ਕਰਦਾ ਹੀ ਕਰਦਾ ਸੀ, ਸੈਲਰੀ ਜਾਂ ਜਿਹਨੂੰ ਆਪਾਂ ਤਨਖਾਹ ਬੋਲਦੇ ਹਾਂ, ਉਹਦੇ ਨਾਲ ਜਿਹੜੇ ਬਹੁਤਾ ਵਧੀਆ ਕੰਮ ਕਰਦੇ ਸੀ, ਇਨਾਮ ਦੇ ਰੂਪ ਦੇ ਵਿੱਚ ਉਹਨਾਂ ਨੂੰ ਬੇਟਾ ਜ਼ਮੀਨ ਜਾਂ ਜਾਇਦਾਦ, ਕੋਈ ਪ੍ਰਾਪਰਟੀ ਉਹਨੂੰ ਦੇ ਦਿੰਦਾ ਸੀ ਨਾਲ, ਜਿਹਦੇ ਨਾਲ ਕਰਮਚਾਰੀ ਨੂੰ ਪ੍ਰੋਤਸਾਹਨ ਮਿਲਦਾ ਸੀ, ਉਹ ਹੋਰ ਵਧੀਆ ਢੰਗ ਨਾਲ ਕੰਮ ਕਰਦਾ ਸੀ। ਸੋ ਇਹ ਇਕਤਾਦਾਰੀ ਪ੍ਰਥਾ ਇਲਤੁਤਮਿਸ਼ ਨੇ ਸ਼ੁਰੂ ਕੀਤੀ ਸੀ। ਸੋ ਫਿਰ ਬੇਟਾ ਇਤਿਹਾਸ ਦੇ ਵਿੱਚ ਆਉਂਦਾ ਵੀ 1236 ਈਸਵੀ ਦੇ ਲਗਭਗ ਇਲਤੁਤਮਿਸ਼ ਨੂੰ ਬਹੁਤ ਤੇਜ਼ ਬੁਖਾਰ ਹੋਇਆ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਇਲਤੁਤਮਿਸ਼ ਦੀ ਕਬਰ ਕੁਵੈਤ ਉਲ ਇਸਲਾਮ ਮਸਜਿਦ ਦੇ ਉੱਤਰ ਪੱਛਮੀ ਹਿੱਸੇ ਵਿੱਚ ਬਣੀ ਹੋਈ ਹੈ। ਇਹ ਉਸ ਦੀ ਕਬਰ ਹੈ, ਤੁਹਾਡੇ ਸਾਹਮਣੇ ਤਸਵੀਰ ਹੈ। ਪਹਿਲਾਂ ਤਾਂ ਮੈਨੂੰ ਐਂ ਦੱਸੋ, ਇਹ ਕੁਤਬ ਅਲ ਇਸਲਾਮ ਮਸਜਿਦ ਕੀ ਸੀ ਤੇ ਕਿੱਥੇ ਹੈ? ਆਪਾਂ ਪਾਰਟ 1 ਦੇ ਵਿੱਚ ਕਰਕੇ ਆਏ ਸੀ, ਤੁਹਾਨੂੰ ਇੱਕ ਤਸਵੀਰ ਵੀ ਮੈਂ ਦਿਖਾਈ ਸੀ। ਬੇਟਾ ਜੀ ਇਹ ਭਾਰਤ ਵਿੱਚ ਬਣਨ ਵਾਲੀ ਪਹਿਲੀ ਮਸਜਿਦ ਸੀ, ਜਿਹੜੀ ਕਿ ਕਿੱਥੇ ਹੈ? ਕੁਤਬ ਮੀਨਾਰ ਦੇ ਬਾਹਰ ਗੇਟ ਦੇ ਕੋਲੇ ਜਿਹੜੀ ਮਸਜਿਦ ਬਣੀ ਹੋਈ ਹੈ ਉਹ ਹੈ ਕੁਤਬ ਅਲ ਇਸਲਾਮ। ਇਹ ਮਸਜਿਦ ਹੈ, ਇਹ ਉੱਥੇ ਕੁਤਬ ਮੀਨਾਰ ਦੇ ਨੇੜੇ, ਕੁਤਬ ਮੀਨਾਰ ਦੇ ਗੇਟ ਦੇ ਉੱਪਰ ਬਣੀ ਹੋਈ ਹੈ। ਇੱਕ ਚੀਜ਼ ਹੋਰ ਤੱਥ ਯਾਦ ਰੱਖਣ ਵਾਲਾ ਹੈ, ਇਹ ਕਬਰ ਭਾਰਤ ਵਿੱਚ ਬਣਾਈ ਜਾਣ ਵਾਲੀ ਪਹਿਲੀ ਇਸਲਾਮਿਕ ਕਬਰ ਸੀ। ਇਸਲਾਮਿਕ ਧਰਮ ਦੀ ਜਿਹੜੀ ਪਹਿਲੀ ਕਬਰ ਕਿਹਦੀ ਬਣਾਈ ਗਈ ਸੀ ਭਾਰਤ ਵਿੱਚ? ਇਲਤੁਤਮਿਸ਼ ਦੀ ਬਣਾਈ ਗਈ ਸੀ। ਇਹ ਯਾਦ ਰੱਖਿਓ, ਕਿੱਥੇ ਹੈ ਇਹ? ਆਪਣੇ ਕੁਤਬ ਮੀਨਾਰ ਦੇ ਕੋਲੇ ਸਥਿਤ ਹੈ। ਸੋ ਲੋ ਜੀ, ਹੁਣ 1236 ਈਸਵੀ ਦੇ ਵਿੱਚ ਆਪਣੇ ਕੋਲੇ ਇਲਤੁਤਮਿਸ਼ ਦੀ ਮੌਤ ਹੋ ਗਈ। ਇਲਤੁਤਮਿਸ਼ ਦੀ ਮੌਤ ਤੋਂ ਬਾਅਦ ਥੋੜੇ ਸਮੇਂ ਲਈ ਰੁਕਨੁਦੀਨ ਫਿਰੋਜ਼ ਦਿੱਲੀ ਦਾ ਸ਼ਾਸਕ ਬਣਿਆ। ਰੁਕਨੁਦੀਨ ਦਿੱਲੀ ਦਾ ਸ਼ਾਸਕ ਬਣਿਆ। ਛੇਤੀ ਹੀ ਰੁਕਨੁਦੀਨ ਫਿਰੋਜ਼ ਦੀ ਸ਼ਾਸਨ ਦਾ ਅੰਤ ਹੋ ਗਿਆ। ਬੇਟਾ ਇਹ ਬੜੇ ਛੋਟੇ ਮਾਈਨਰ ਜਿਹੇ ਸ਼ਾਸਕ ਰਹੇ ਨੇ, ਇਹਨਾਂ ਨੇ ਕੋਈ ਇੰਪੋਰਟੈਂਟ ਹਿਸਟਰੀ ਦੇ ਵਿੱਚ ਕੰਮ ਨਹੀਂ ਕੀਤਾ, ਨਾ ਇਹਨਾਂ ਨੇ ਕੋਈ ਵਧੀਆ ਢੰਗ ਨਾਲ ਆਪਦਾ ਸ਼ਾਸਨ ਚਲਾਇਆ। ਸੋ ਇਹਨਾਂ ਨੂੰ ਹਿਸਟਰੀ ਦੇ ਵਿੱਚ ਬਹੁਤੇ ਚੰਗੇ ਢੰਗ ਨਾਲ ਯਾਦ ਨਹੀਂ ਕੀਤਾ ਜਾਂਦਾ। ਇਸ ਤੋਂ ਮਗਰੋਂ ਬੇਟਾ ਨਾਮ ਆਉਂਦਾ ਹੈ ਸਾਡੀ ਹਿਸਟਰੀ ਦੇ ਵਿੱਚ ਰਜੀਆ ਸੁਲਤਾਨ, ਦਾ ਫਸਟ ਐਂਡ ਦਾ ਲਾਸਟ ਵੂਮਨ ਸੁਲਤਾਨ ਆਫ ਦਿੱਲੀ। ਦਿੱਲੀ ਦੀ ਪਹਿਲੀ ਅਤੇ ਅਖੀਰਲੀ ਇਸਤਰੀ ਸ਼ਾਸਕ ਰਜੀਆ ਸੁਲਤਾਨ। ਤੁਹਾਡੀ ਸਕਰੀਨ ਦੇ ਉੱਤੇ ਉਸ ਦੀ ਤਸਵੀਰ ਹੈ। ਸੋ ਰਜੀਆ ਸੁਲਤਾਨ ਬੇਟਾ ਇਲਤੁਤਮਿਸ਼ ਦੀ ਪੁੱਤਰੀ ਸੀ, ਉਸ ਦੀ ਬੇਟੀ ਸੀ ਇਹ ਇਲਤੁਤਮਿਸ਼ ਦੀ। ਸੋ ਉਸ ਦੀ ਮੌਤ ਤੋਂ ਮਗਰੋਂ, ਆਪਦੇ ਭਾਈ ਦੀ ਮੌਤ ਤੋਂ ਮਗਰੋਂ, ਇਹ ਆਪਣੇ ਪਿਤਾ ਦੀ ਥਾਂ ਤੇ ਇਸ ਨੇ ਦਿੱਲੀ ਸਲਤਨਤ ਨੂੰ ਸਾਂਭਿਆ, ਦਿੱਲੀ ਦੀ ਸੁਲਤਾਨ ਬਣੀ। ਇਸ ਨੂੰ ਰਜੀਆ ਸੁਲਤਾਨਾ ਵੀ ਬੋਲਿਆ ਜਾਂਦਾ ਹੈ, ਅਦਰਵਾਈਜ਼ ਦਾ ਨਾਮ ਸੀ ਰਜੀਆ ਸੁਲਤਾਨ। ਇਹ ਤੁਹਾਡੇ ਸਾਹਮਣੇ ਤਸਵੀਰ ਹੈ। ਇਲਤੁਤਮਿਸ਼ ਦੀ ਮੌਤ ਤੋਂ ਬਾਅਦ ਉਸ ਦੀ ਪੁੱਤਰੀ ਰਜੀਆ ਸੁਲਤਾਨ ਦਿੱਲੀ ਸਲਤਨਤ ਦੀ ਸ਼ਾਸਕ ਬਣੀ। ਇਹ ਬੇਟਾ ਪਹਿਲੀ ਇਸਤਰੀ ਮੁਸਲਿਮ ਸ਼ਾਸਕ ਸੀ ਜਿਹੜੀ ਦਿੱਲੀ ਦੇ ਤਖਤ ਤੇ ਬੈਠੀ। ਆਪਾਂ ਇਸ ਬਾਰੇ ਦੇਖਦੇ ਹਾਂ, ਅੱਗੇ ਹੋਰ ਪੜ੍ਹਦੇ ਹਾਂ। ਕਹਿੰਦਾ ਰਜੀਆ ਸੁਲਤਾਨ ਇੱਕ ਵਿਦਵਾਨ ਅਤੇ ਹੋਣਹਾਰ ਸ਼ਾਸਕ ਸਿੱਧ ਹੋਈ। ਬੇਟਾ ਬੜੀ ਹੀ ਕਾਬਿਲ ਵਿਦਵਾਨ ਸ਼ਾਸਕ ਸੀ, ਬੜੀ ਹੀ ਸਿਆਣੀ ਸ਼ਾਸਕ ਸੀ ਇਹ। ਦਿੱਲੀ ਤਖਤ ਤੇ ਬੈਠਣ ਵਾਲੀ ਉਹ ਪਹਿਲੀ ਮੁਸਲਿਮ ਇਸਤਰੀ ਸੀ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਪ੍ਰਸ਼ਨ ਹੈ। ਇਸ ਨੂੰ ਭਾਰਤ ਦੇ ਪੁਆਇੰਟ ਆਫ ਵਿਊ ਵੀ ਪੁੱਛਿਆ ਜਾ ਸਕਦਾ ਹੈ। ਭਾਰਤ ਦੀ ਪਹਿਲੀ ਇਸਤਰੀ ਸ਼ਾਸਕ ਕੌਣ ਸੀ? ਉਹ ਸੀ ਰਜੀਆ ਸੁਲਤਾਨ। ਉਰੇ ਆਪਾਂ ਲਿਖਿਆ ਵੀ ਦਿੱਲੀ ਦੇ ਤਖਤ ਤੇ ਬੈਠਣ ਵਾਲੀ ਪਹਿਲੀ ਅਤੇ ਅਖੀਰਲੀ ਸੀ ਇਹ ਸ਼ਾਸਕ, ਜਿਹੜੀ ਇਸਤਰੀ ਸ਼ਾਸਕ ਸੀ ਦਿੱਲੀ ਦੇ ਤਖਤ ਤੇ ਬੈਠੀ। ਉਸਨੇ 1236 ਈਸਵੀ ਤੋਂ ਲੈ ਕੇ 1240 ਈਸਵੀ ਤੱਕ ਸ਼ਾਸਨ ਕੀਤਾ। ਇਸ ਦਾ ਸ਼ਾਸਨ ਦਾ ਸਮਾਂ ਬੜਾ ਥੋੜਾ ਸੀ, 4 ਸਾਲ ਇਸਨੇ ਸ਼ਾਸਨ ਕੀਤਾ, ਪਰ ਆਪਣੇ ਸ਼ਾਸਨ ਦੇ ਵਿੱਚ ਇਹਨੇ ਕਾਫੀ ਆਪਣੀ ਪ੍ਰਜਾ ਵਾਸਤੇ ਕਾਫੀ ਵਧੀਆ ਕਾਰਜ ਵੀ ਕੀਤੇ, ਪਰੰਤੂ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਵੀ ਇਸ ਨੂੰ ਕਰਨਾ ਪਿਆ। ਤੇ ਰਜੀਆ ਸੁਲਤਾਨ ਇੱਕ ਸਫਲ ਸ਼ਾਸਕ ਸਿੱਧ ਹੋਈ। ਉਸਨੇ ਪ੍ਰਾਂਤੀ ਗਵਰਨਰਾਂ ਦੇ ਵਿਦਰੋਹਾਂ ਨੂੰ ਸਖਤੀ ਨਾਲ ਕੁਚਲਿਆ। ਬੇਟਾ ਵੀਰ ਯੋਧਾ ਸੀ। ਦੇਖੋ ਤੁਹਾਡੇ ਸਾਹਮਣੇ ਤਸਵੀਰ ਹੈ,
ਘੋੜੇ ਦੇ ਉੱਤੇ ਚੜ੍ਹ ਕੇ ਲੜ ਰਹੀ ਹੈ। ਪਹਿਲੇ ਤਾਂ ਜਿਹੜੇ ਛੋਟੀਆਂ ਪ੍ਰਾਂਤਾਂ ਸੀਗੀਆਂ ਦਿੱਲੀ ਸਲਤਨਤ ਦੇ ਅਧੀਨ, ਉੱਥੋਂ ਦੇ ਜਿਹੜੇ ਗਵਰਨਰ ਨਿਯੁਕਤ ਕੀਤੇ ਗਏ ਸੀ ਉਹ ਆਪਣੇ ਆਪ ਨੂੰ ਇੰਡੀਪੈਂਡੈਂਟ ਜਾਂ ਹੈ ਨਾ, ਜਦੋਂ ਕੋਈ ਸ਼ਾਸਕ ਤਕੜਾ ਨਹੀਂ ਸੀ, ਇਲਤੁਤਮਿਸ਼ ਤੋਂ ਮਗਰੋਂ ਉਹਦਾ ਪੁੱਤਰ ਬਣਿਆ ਸੀ, ਤਾਂ ਉਹ ਸਮੇਂ ਉਹ ਆਪਣੇ ਨੂੰ ਆਜ਼ਾਦ ਘੋਸ਼ਿਤ ਕਰਨਾ ਚਾਹੁੰਦੇ ਸੀ। ਤਾਂ ਇਹ ਸਾਰੇ ਗਵਰਨਰਾਂ ਦਾ ਜਿਹੜਾ ਵਿਦਰੋਹ ਸੀ, ਜਿਹੜੀ ਉਹਨਾਂ ਦੀ ਹੈ ਨਾ ਉਹ ਸੀ, ਉਸ ਨੂੰ ਇਸ ਨੇ ਕੁਚਲਿਆ ਚੰਗੀ ਤਰ੍ਹਾਂ ਆਪਦੀ ਬਹਾਦਰੀ ਨਾਲ, ਨਿਡਰਤਾ ਦਾ ਨਾਲ, ਅਤੇ ਆਪਣੇ ਦਿੱਲੀ ਸਲਤਨਤ ਦੇ ਰਾਜਪਾਟ ਨੂੰ ਇਕੱਤਰ ਕੀਤਾ, ਸੰਯੁਕਤ ਕਰਕੇ ਰੱਖਿਆ। ਉਹ ਪ੍ਰਜਾ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਲਈ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਦੌਰਾ ਕਰਦੀ ਰਹਿੰਦੀ ਸੀ। ਬੇਟਾ ਸੁਲਤਾਨ ਸੀ, ਆਪਣੇ ਉਸਦੇ ਮਾਲਕ ਸੀ, ਆਪਣੇ ਰਾਜ ਦੀ ਪ੍ਰਜਾ ਦੇ ਭਲਾਈ ਵਾਸਤੇ ਇਸਨੇ ਬਹੁਤ ਕਾਰਜ ਕੀਤੇ। ਵੱਖ-ਵੱਖ ਹਿੱਸਿਆਂ ਵਿੱਚ ਜਾਂਦੀ ਸੀ, ਉਹਨਾਂ ਦੇ ਦੁੱਖ ਦਰਦ ਤਕਲੀਫਾਂ ਨੂੰ ਸਮਝਦੀ ਸੀ ਅਤੇ ਉਹਨਾਂ ਨੂੰ ਦੂਰ ਕਰਨ ਵਾਸਤੇ ਬਹੁਤ ਕਾਰਜ ਕਰਦੀ ਸੀ, ਜਿਹਦੇ ਵਿੱਚੋਂ ਉਸਨੇ ਵਿੱਦਿਆ ਦੇ ਪ੍ਰਸਾਰ ਲਈ ਰਾਜ ਭਰ ਵਿੱਚ ਕਈ ਸਕੂਲ ਵਿੱਦਿਆ ਦਾ ਪ੍ਰਸਾਰ ਕੀਤਾ। ਬਹੁਤ ਵਧੀਆ ਗੱਲ ਸੀ ਵੀ ਇਹਨੇ ਉੱਥੇ ਐਜੂਕੇਸ਼ਨ ਸਿਸਟਮ ਨੂੰ ਪ੍ਰਸਾਰਿਤ ਕੀਤਾ, ਐਜੂਕੇਸ਼ਨ ਨੂੰ ਹੋਰ ਪ੍ਰਸਾਰ ਵਾਸਤੇ ਸਕੂਲ ਖੋਲ੍ਹੇ, ਖੋਜ ਕੇਂਦਰ ਖੋਲ੍ਹੇ ਅਤੇ ਲਾਇਬ੍ਰੇਰੀਆਂ ਬਣਵਾਈਆਂ, ਤਾਂ ਜੋ ਲੋਕ ਉੱਥੇ ਬੈਠ ਕੇ ਕੁਝ ਪੜ੍ਹਾਈ ਕਰ ਸਕਣ, ਕੁਝ ਗਿਆਨ ਪ੍ਰਾਪਤ ਕਰ ਸਕਣ। ਇਸ ਤੋਂ ਵੱਖਰਾ ਉਸ ਨੇ ਸਿੰਚਾਈ ਲਈ ਖੂਹ ਖੁਦਵਾਏ, ਬਹੁਤ ਵਧੀਆ, ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਸੜਕਾਂ ਦਾ ਨਿਰਮਾਣ ਕਰਵਾਇਆ, ਤਾਂ ਜੋ ਵਪਾਰੀ ਇੱਕ ਥਾਂ ਤੋਂ ਦੂਜੀ ਥਾਂ ਤੱਕ ਵਪਾਰ ਵਾਸਤੇ ਆ ਸਕਣ, ਆਦਾਨ ਪ੍ਰਦਾਨ ਹੋ ਸਕੇ, ਲੋਕ ਇੱਕ ਦੂਜੇ ਨੂੰ ਮਿਲ ਸਕਣ। ਸੋ ਇਹ ਸਾਰੇ ਕਾਰਜ ਉਸਨੇ ਜਨਤਾ ਦੀ ਭਲਾਈ ਵਾਸਤੇ ਕਰਵਾਏ ਸੀ। ਕਿਸਨੇ ਕਰਵਾਏ ਸੀ? ਰਜੀਆ ਸੁਲਤਾਨ ਨੇ ਕਰਵਾਏ ਸੀ। ਪਰੰਤੂ ਬੇਟਾ ਇੰਨੇ ਕਾਰਜ ਕਰਵਾਉਣ ਦੇ ਬਾਵਜੂਦ ਵੀ ਰਜੀਆ ਸੁਲਤਾਨ ਨੂੰ ਉਹਦੇ 'ਚ ਨੋ ਡਾਊਟ ਬਹੁਤ ਸਾਰੇ ਗੁਣ ਸੀ, ਪਰ ਉਸਨੂੰ ਫਿਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਸੀ ਉਸ ਦਾ ਇੱਕ ਇਸਤਰੀ ਹੋਣਾ। ਬੇਟਾ ਸਾਡਾ ਸਮਾਜ ਪੁਰਾਤਨ ਸਮੇਂ ਤੋਂ ਹੀ ਪੁਰਸ਼ ਪ੍ਰਧਾਨ ਸਮਾਜ ਰਿਹਾ ਹੈ, ਤਾਂ ਰਜੀਆ ਸੁਲਤਾਨ ਇੱਕ ਇਸਤਰੀ ਸੀ, ਤਾਂ ਸਮਾਜ ਨੇ ਉਹਨੂੰ ਆਪਣੇ ਉੱਪਰ ਅਸੈਪਟ ਨਹੀਂ ਕੀਤਾ। ਉਸਦੇ ਜਿਹੜੇ ਹੈਲਪਰ ਸੀਗੇ, ਉਸਦੇ ਜਿਹੜੇ ਮੰਤਰੀ ਸੀਗੇ, ਉਸਦੇ ਜਿਹੜੇ ਸੂਬੇਦਾਰ ਸੀ, ਉਹ ਇਹ ਮੰਨਣ ਲੱਗ ਗਏ ਵੀ ਇਹ ਸਾਡੇ ਉੱਤੇ ਰਾਜ ਕਰਨ ਲਈ ਕੌਣ ਹੈ? ਇੱਕ ਇਸਤਰੀ ਹੈ। ਸੋ ਇੰਨੇ ਗੁਣ ਹੋਣ ਦੇ ਬਾਵਜੂਦ ਵੀ ਉਹ ਆਪਣੀ ਪ੍ਰਜਾ ਦੇ ਇੰਨੇ ਭਲੇ ਦੇ ਕੰਮ ਕਰਨ ਦੇ ਬਾਵਜੂਦ ਵੀ ਬਸ ਇੱਕ ਇਸਤਰੀ ਹੋਣ ਦੇ ਕਾਰਨ ਉਸ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਰਾਜ ਦੇ ਅਮੀਰ ਅਤੇ ਸਰਦਾਰ ਇੱਕ ਇਸਤਰੀ ਦੇ ਅਧੀਨ ਰਹਿਣਾ ਪਸੰਦ ਨਹੀਂ ਸੀ ਕਰਦੇ। ਉਹਨਾਂ ਨੂੰ ਬੜਾ ਇਹ ਗੱਲ ਦੀ ਜੈਲਸੀ ਹੁੰਦੀ ਸੀ, ਬੜਾ ਉਹਨਾਂ ਨੂੰ ਇਸ ਦਾ ਗੁੱਸਾ ਹੁੰਦਾ ਸੀ ਵੀ ਇੱਕ ਇਸਤਰੀ ਉਹਨਾਂ ਦੇ ਉੱਤੇ ਰਾਜ ਕਰ ਰਹੀ ਹੈ। ਇਹ ਉਹਨਾਂ ਤੋਂ ਕਤਈ ਬਰਦਾਸ਼ਤ ਨਹੀਂ ਹੁੰਦਾ ਸੀ, ਜਿਹੜਾ ਕਿ ਰਜੀਆ ਸੁਲਤਾਨ ਵਾਸਤੇ ਇੱਕ ਬਹੁਤ ਵੱਡੀ ਸਮੱਸਿਆ ਦਾ ਕਾਰਨ ਬਣਦਾ ਜਾ ਰਿਹਾ ਸੀ। ਇਸ ਤੋਂ ਬਿਨਾਂ ਕੀ ਹੋਇਆ ਬੇਟਾ? ਰਜੀਆ ਸੁਲਤਾਨ ਨੂੰ ਯਾਕੂਬ ਨਾਮੀ ਇੱਕ ਹਬਸ਼ੀ ਨਾਲ ਪਿਆਰ ਹੋ ਗਿਆ। ਦੇਖੋ ਆਪ ਇਹ ਬਹੁਤ ਹੀ ਸੁੰਦਰ ਇਸਤਰੀ ਸੀ, ਇਸ ਨੂੰ ਇੱਕ ਯਾਕੂਬ ਨਾਮਕ ਹਬਸ਼ੀ ਦਾ ਬੇਟਾ ਬਲੈਕ ਮੈਨ, ਜਿਹਨੂੰ ਆਪਾਂ ਕਹਿੰਦੇ ਨਾ ਕਾਲੇ ਰੰਗ, ਪੱਕੇ ਕਾਲੇ ਰੰਗ ਦੇ, ਹੈ ਨਾ, ਜ਼ਿਆਦਾਤਰ ਆਪਾਂ ਸਾਊਥ ਅਫਰੀਕਾ ਵਾਲੇ ਲੋਕਾਂ ਨੂੰ ਹਬਸ਼ੀ ਬੋਲ ਦਿੰਦੇ ਹਾਂ, ਜਾਂ ਉੱਥੋਂ ਦੇ ਰਹਿਣ ਵਾਲਿਆਂ ਨੂੰ। ਉਸ ਵਿਅਕਤੀ ਨਾਲ, ਇੱਕ ਬਲੈਕ ਮੈਨ ਦੇ ਨਾਲ ਇਸ ਨੂੰ ਪਿਆਰ ਹੋ ਗਿਆ। ਇਹ ਗੱਲ ਰਜੀਆ ਦੇ ਜਿਹੜੇ ਦਰਬਾਰੀ ਸੀ ਉਹਨਾਂ ਨੂੰ ਚੰਗੀ ਨਹੀਂ ਸੀ ਲੱਗਦੀ, ਅਤੇ ਉਹ ਰਜੀਆ ਦੇ ਵਿਰੁੱਧ ਹੋ ਗਏ। ਹੌਲੀ ਹੌਲੀ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਅਤੇ ਉਹ ਰਜੀਆ ਸੁਲਤਾਨ ਤੋਂ ਬੜੀ ਖਾਰ ਖਾਣ ਲੱਗੇ। ਅਤੇ ਇੱਕ ਦਿਨ ਹੈ ਨਾ, ਇਸੇ ਖੁੰਦਕ ਦੇ ਵਿੱਚ, ਜਾਂ ਇਸੇ ਜੈਲਸੀ ਪਹਿਲਾਂ ਹੀ ਚੱਲਦੀ ਸੀ ਵੀ ਇੱਕ ਇਸਤਰੀ ਸਾਡੇ 'ਤੇ ਰਾਜ ਕਰ ਰਹੀ ਹੈ, ਫਿਰ ਉਸਨੇ ਇੱਕ ਹਬਸ਼ੀ ਨਾਲ ਪਿਆਰ ਕਰ ਲਿਆ। ਤਾਂ 1240 ਵਿੱਚ ਰਜੀਆ ਸੁਲਤਾਨ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਿਆਰੇ ਬੱਚਿਓ, ਉਰੇ ਰਜੀਆ ਸੁਲਤਾਨ ਦੇ ਬਾਰੇ ਹਿਸਟਰੀ ਦੇ ਵਿੱਚ ਇੱਕ ਕਹਾਣੀ ਆਉਂਦੀ ਹੈ ਬੜੀ ਛੋਟੀ ਜੀ ਵੀ। ਇਹ ਯਾਕੂਬ ਨਾਮੀ ਪਿਆਰ ਤਾਂ ਹੋ ਗਿਆ ਸੀ। ਇੱਕ ਆਪਣੇ ਨੇੜੇ ਬਠਿੰਡਾ, ਹਾਂ, ਬਠਿੰਡੇ ਦਾ ਵੀ ਇੱਕ ਸੂਬੇਦਾਰ ਸੀ, ਜਿਹਨੂੰ ਬਾਕੀ ਸਾਰੇ ਜਿਹੜੇ ਉਹ 40 ਸਰਦਾਰ ਸੀ ਉਹਨਾਂ ਨੇ ਨਾ ਕਿਹਾ ਵੀ ਲੈ ਵੀ ਤੂੰ ਰਜੀਆ ਸੁਲਤਾਨ ਦੇ ਉੱਤੇ ਹਮਲਾ ਕਰ ਦੇ। ਤਾਂ ਉਹ ਸਾਰਿਆਂ ਦੀ ਸਪੋਰਟ ਲੈ ਕੇ ਉਸ ਨੇ ਰਜੀਆ ਸੁਲਤਾਨ ਦੇ ਉੱਤੇ ਦਿੱਲੀ 'ਤੇ ਹਮਲਾ ਕਰ ਦਿੱਤਾ। ਰਜੀਆ ਸੁਲਤਾਨ ਦੇ ਜਿਹੜਾ ਇਹ ਪ੍ਰੇਮੀ ਸੀ, ਜਿਹਦੇ ਨਾਲ ਇਸ ਨੂੰ ਪਿਆਰ ਹੋਇਆ ਸੀ, ਯਾਕੂਬ ਨੂੰ ਮਾਰ ਦਿੱਤਾ ਗਿਆ, ਅਤੇ ਰਜੀਆ ਸੁਲਤਾਨ ਨੂੰ ਕਹਿੰਦੇ ਜੀ ਉਹਨੇ ਬੰਦੀ ਬਣਾ ਕੇ ਜੇਲ੍ਹ 'ਚ ਪਾਤਾ। ਹੁਣ ਰਜੀਆ ਸੁਲਤਾਨ ਕਹਿੰਦੇ ਜਿੱਥੇ ਇੰਨੀ ਕਾਬਲ ਸੀ, ਉੱਥੇ ਬੜੀ ਸ਼ਾਤਰ ਵੀ ਸੀ। ਤਾਂ ਕਹਿੰਦੇ ਵੀ ਰਜੀਆ ਸੁਲਤਾਨ ਨੇ ਉਸ ਬਠਿੰਡੇ ਦੇ ਸਰਦਾਰ ਨੂੰ ਸੁਨੇਹਾ ਭੇਜਿਆ ਵੀ ਮੈਂ ਤੇਰੇ ਨਾਲ ਵਿਆਹ ਕਰਾ ਲੈਂਦੀ ਹਾਂ। ਪਿੱਛੇ ਮਕਸਦ ਕੀ ਸੀ ਵੀ ਇਹਦੇ ਨਾਲ ਵਿਆਹ ਕਰਾ ਕੇ ਮੈਂ ਜੇਲ੍ਹ 'ਚੋਂ ਬਾਹਰ ਨਿਕਲ ਆਊਂਗੀ। ਤਾਂ ਉਸ ਵਿਅਕਤੀ ਨੇ ਇਸ ਦੀ ਇਹ ਪ੍ਰਪੋਜ਼ਲ ਮੰਨ ਲਈ, ਸੁਝਾਅ ਮੰਨ ਲਿਆ, ਅਤੇ ਇਹਦਾ ਵਿਆਹ ਹੋ ਗਿਆ। ਤਾਂ ਕਹਿੰਦੇ ਵੀ ਇਹ ਜਦੋਂ ਦਿੱਲੀ ਤੋਂ ਵਾਪਸ ਬਠਿੰਡੇ ਆ ਰਹੇ ਸੀ ਦੋਨੇ ਜਾਣੇ, ਤਾਂ ਰਸਤੇ ਵਿੱਚ ਡਾਕੂਆਂ ਨੇ ਇਹਨਾਂ ਦੇ ਕਾਫਲੇ ਦੇ ਉੱਤੇ ਹਮਲਾ ਕਰ ਦਿੱਤਾ, ਤਾਂ ਜਿਸ ਦੇ ਵਿੱਚ ਇਹਨਾਂ ਦੋਨਾਂ ਦੀ ਮੌਤ ਹੋ ਗਈ। ਇਹ ਇੱਕ ਇਤਿਹਾਸਕ ਇਵੈਂਟ ਆਉਂਦਾ ਹੈ ਵੀ 1240 ਈਸਵੀ ਵਿੱਚ ਇਸ ਤਰ੍ਹਾਂ ਰਜੀਆ ਸੁਲਤਾਨ ਦੀ ਮੌਤ ਹੋ ਗਈ। ਬਠਿੰਡਾ ਆਪਣੇ ਆਹੀ ਜਿਹੜਾ ਲਾਗੇ ਬਠਿੰਡਾ ਹੈ, ਉਸੇ ਬਠਿੰਡੇ ਦਾ ਉਹ ਸੂਬੇਦਾਰ ਸੀ। ਸੋ ਇਹ ਇਹਨਾਂ ਦੀ ਕਬਰ ਹੈ ਰਜੀਆ ਸੁਲਤਾਨ ਦੀ ਬੇਟਾ ਚਾਂਦਨੀ ਚੌਂਕ ਦੇ ਵਿੱਚ, ਦਿੱਲੀ ਦੇ ਵਿੱਚ ਚਾਂਦਨੀ ਚੌਂਕ ਵਾਲੀ ਸਾਈਡ 'ਤੇ ਇਹ ਇੱਕ ਥਾਂ 'ਤੇ ਉੱਤੇ ਬਣਾਈ ਗਈ ਹੈ। ਸੋ ਰਜੀਆ ਸੁਲਤਾਨ ਦੀ ਮੌਤ ਹੋ ਗਈ। ਹੁਣ ਰਜੀਆ ਸੁਲਤਾਨ ਤੋਂ ਅੱਗੇ ਦਿੱਲੀ ਸਲਤਨਤ ਦੇ ਵਿੱਚ ਨਵਾਂ ਸ਼ਾਸਕ ਬਣਨ ਜਾ ਰਿਹਾ ਸੀ, ਜਿਸ ਨੂੰ ਆਪਾਂ ਦੇਖਦੇ ਹਾਂ। ਉਸ ਤੋਂ ਮਗਰੋਂ ਹੈ ਨਾ, ਰਜੀਆ ਸੁਲਤਾਨ ਮਗਰੋਂ ਬੜੇ ਛੋਟੇ ਸਮੇਂ ਵਾਸਤੇ ਕੁਝ ਸ਼ਾਸਕ ਬਣੇ, ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਕੋਈ ਜ਼ਿਆਦਾ ਮਹੱਤਵਪੂਰਨ ਕਾਰਜ ਨਹੀਂ ਕੀਤੇ, ਜਿਹਦੇ ਵਿੱਚੋਂ
ਬਹਿਰਾਮ ਸ਼ਾਹ ਸੀ 1240 ਤੋਂ ਲੈ ਕੇ 1242 ਈਸਵੀ ਤੱਕ। ਅਲਾਉਦੀਨ ਮਸੂਦ ਸ਼ਾਹ 1242 ਤੋਂ ਲੈ ਕੇ 1246 ਈਸਵੀ ਤੱਕ ਰਿਹਾ। ਅਤੇ ਨਸੀਰੂਦੀਨ ਮਹਿਮੂਦ 1246 ਤੋਂ ਲੈ ਕੇ 66 ਤੱਕ 20 ਸਾਲ ਇਹਨਾਂ ਨੇ 21 ਸਾਲ ਰਾਜ ਦਾ ਉੱਤਰਾਧਿਕਾਰੀ ਸੀ ਜਿਹੜੇ ਇਲਤੁਤਮਿਸ਼ ਦੇ, ਇਹਨਾਂ ਨੇ ਰਾਜ ਕੀਤਾ। ਪਰ ਇਤਿਹਾਸ ਦੇ ਵਿੱਚ ਕੋਈ ਇੰਨੇ ਜ਼ਿਆਦਾ ਇਹਨਾਂ ਨੇ ਵਧੀਆ ਉਹ ਨਹੀਂ ਕੀਤੇ ਵੀ ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਪੜ੍ਹੀਏ। ਇਹ ਸਾਰੇ ਸ਼ਾਸਕ ਅਯੋਗ ਸਿੱਧ ਹੋਏ। ਇਹ ਸ਼ਾਸਕਾਂ ਦੇ ਸਮੇਂ ਰਾਜ ਦੀ ਅਸਲੀ ਸ਼ਕਤੀ ਸੀ ਜਿਹੜੀ ਉਹੀ 40 ਤੁਰਕ ਸਰਦਾਰਾਂ ਦੇ 40 ਸਾਲ ਦੇ ਹੱਥ ਦੇ ਵਿੱਚ ਰਹੀ। ਸੋ ਇਹਨਾਂ ਦਾ ਕਾਰਜ ਕੋਈ ਵਾਲਾ ਵਧੀਆ ਨਹੀਂ ਰਿਹਾ। ਇਹਦੇ ਵਿੱਚੋਂ ਇੱਕ ਜਿਹੜਾ ਆਪਣੇ ਕੋਲੇ ਆ ਨਸੀਰੂਦੀਨ ਮਹਿਮੂਦ ਆਉਂਦਾ ਹੈ। ਇਹਦਾ ਇਤਿਹਾਸ ਦੇ ਵਿੱਚ ਇੱਕ ਛੋਟਾ ਜਿਹਾ ਜ਼ਿਕਰ ਆਉਂਦਾ ਹੈ। ਮੈਂ ਤੁਹਾਨੂੰ ਇੱਕ ਕਹਾਣੀ ਉਹਦੀ ਸੁਣਾ ਦਿੰਦਾ ਵੀ ਇਹ ਨਸੀਰੂਦੀਨ ਜਿਹੜਾ ਮਹਿਮੂਦ ਸੀ, ਇਹਦੀ ਸਥਿਤੀ ਇੰਨੀ ਜ਼ਿਆਦਾ ਮਾੜੀ ਹੋ ਗਈ ਸੀ, ਕਹਿੰਦੇ 1246 ਤੋਂ 66 ਤੱਕ ਜਿਹੜਾ ਇਹਨੇ ਰਾਜ ਕੀਤਾ, ਵਿੱਤੀ ਹਾਲਾਤ ਇੰਨੀ ਜ਼ਿਆਦਾ ਮਾੜੀ ਹੋ ਗਈ ਸੀ ਕਿ ਇਸ ਨੂੰ ਆਪਣੇ ਗੁਜ਼ਾਰੇ ਲਈ ਟੋਪੀਆਂ ਬਣਾ ਕੇ ਵੇਚਣੀਆਂ ਪਈਆਂ ਸੀ। ਦੇਖੋ, ਸੀਗਾ ਸੁਲਤਾਨ, ਪਰ ਵਿੱਤੀ ਹਾਲਾਤ ਇਹਦੇ ਇੰਨੇ ਮਾੜੇ ਹੋ ਗਏ ਸੀ ਕਿ ਕੁਝ ਕਾਰਨਾਂ ਕਰਕੇ ਵੀ ਇਹਨੂੰ ਆਪਣਾ ਨਾ ਡੇਲੀ ਦਾ ਗੁਜ਼ਾਰਾ ਕਰਨ ਵਾਸਤੇ ਟੋਪੀਆਂ ਬਣਾਉਣੀਆਂ ਪੈਂਦੀਆਂ ਸਨ। ਕਈ ਵਾਰ ਕੁਝ ਵੱਡੇ ਐਗਜ਼ਾਮ ਦੇ ਵਿੱਚ ਇਹ ਪੇਪਰ ਆ ਜਾਂਦਾ ਵੀ ਉਹ ਕਿਹੜਾ ਦਿੱਲੀ ਸਲਤਨਤ ਦਾ, ਉਹ ਕਿਹੜਾ ਸੁਲਤਾਨ ਸੀ ਜਿਸ ਨੂੰ ਆਪਣੇ ਗੁਜ਼ਾਰੇ ਲਈ ਟੋਪੀਆਂ ਬਣਾਉਣ ਦਾ ਕਾਰਜ ਕਰਨਾ ਪਿਆ। ਉਹ ਸੀ ਬੇਟਾ ਨਸੀਰੂਦੀਨ ਮਹਿਮੂਦ 1246 ਤੋਂ 1266 ਤੱਕ। ਸੌਰੀ, ਹੁਣ ਇਹਨੂੰ ਕਹਿੰਦਾ ਇਸ ਦਾ ਕਾਰਨ ਕੌਣ ਸੀ? ਬਲਬਨ। ਇਹਦਾ ਕਾਰਨ ਕੌਣ ਸੀ? ਬਲਬਨ। ਇਹਨੂੰ ਬਲਬਨ, ਇਹਦਾ ਇੱਕ ਸੂਬੇਦਾਰ, ਉਹ 40 ਸਰਦਾਰਾਂ ਦੇ ਵਿੱਚੋਂ ਇੱਕ ਸੀ ਬਲਬਨ, ਜਿਹਨੇ ਇਹਦੀ ਇਹ ਜਿਹੀ ਹਾਲਤ ਕਰ ਦਿੱਤੀ ਸੀ ਵੀ ਇਹਨੂੰ ਆਪਦੇ ਗੁਜ਼ਾਰੇ ਵਾਸਤੇ ਵੀ ਬਹੁਤ ਮੁਸ਼ਕਿਲ ਨਾਲ ਹੋਣਾ ਪੈਂਦਾ ਸੀ। ਸੋ ਇਹਦਾ ਮਤਲਬ ਇਹਦੀ ਮੌਤ ਤੋਂ ਮਗਰੋਂ ਦਿੱਲੀ ਸਲਤਨਤ ਦੇ ਤਖਤ ਤੇ ਹੁਣ ਕੌਣ ਬੈਠਣ ਜਾ ਰਿਹਾ ਸੀ? ਬਲਬਨ। ਸੋ ਦਿੱਲੀ ਸਲਤਨਤ ਦੇ ਉੱਤੇ ਹੁਣ ਬੈਠਣ ਦੀ ਵਾਰੀ ਆ ਗਈ ਸੀ ਗਿਆਸੂਦੀਨ ਬਲਬਨ। ਸਾਲ ਸੀ 1266 ਈਸਵੀ। ਗਿਆਸੂਦੀਨ ਬਲਬਨ 1266 ਈਸਵੀ ਤੋਂ 1286 ਈਸਵੀ ਤੱਕ ਬੇਟਾ ਭਾਰਤ ਦਾ ਇਤਿਹਾਸ ਇੱਕ ਵਾਰ ਫੇਰ ਨਵੇਂ ਮੋੜ ਕੰਨੀ ਨੂੰ ਜਾ ਰਿਹਾ ਸੀ, ਜਿਸ ਦੇ ਵਿੱਚ ਗਿਆਸੂਦੀਨ ਬਲਬਨ ਹੁਣ ਦਿੱਲੀ ਦਾ ਸ਼ਾਸਕ ਬਣਿਆ। ਨਸੀਰੂਦੀਨ ਮਹਿਮੂਦ ਦੀ ਮੌਤ ਤੋਂ ਬਾਅਦ 1266 ਈਸਵੀ ਵਿੱਚ ਗਿਆਸੂਦੀਨ ਬਲਬਨ ਨੇ ਆਪਣੇ ਆਪ ਨੂੰ ਦਿੱਲੀ ਸਲਤਨਤ ਦਾ ਸੁਲਤਾਨ ਘੋਸ਼ਿਤ ਕਰ ਦਿੱਤਾ। ਇਹ ਹੁਣ ਦਿੱਲੀ ਦਾ ਨਵਾਂ ਸੁਲਤਾਨ ਬਣਿਆ। ਉਹ ਦਿੱਲੀ ਸਲਤਨਤ ਦਾ ਇੱਕ ਮਹਾਨ ਅਤੇ ਸ਼ਕਤੀਸ਼ਾਲੀ ਸ਼ਾਸਕ ਸੀ। ਬੇਟਾ ਦਾਸ ਵੰਸ਼ ਦਾ ਇਹ ਸ਼ਕਤੀਸ਼ਾਲੀ ਜਿਹੜੇ ਸੁਲਤਾਨਾਂ ਦੇ ਵਿੱਚੋਂ ਅਖੀਰਲਾ ਸ਼ਕਤੀਸ਼ਾਲੀ ਸੁਲਤਾਨ ਸੀ ਦਾਸ ਵੰਸ਼ ਦਾ। ਕੌਣ ਸੀ ਉਹ? ਗਿਆਸੂਦੀਨ ਬਲਬਨ। ਬੜਾ ਹੀ ਪਾਵਰਫੁਲ, ਬੜਾ ਹੀ ਮਹਾਨ ਤੇ ਸ਼ਕਤੀਸ਼ਾਲੀ ਸ਼ਾਸਕ ਸਿੱਧ ਹੋਇਆ। ਇਸ ਨੇ ਦਿੱਲੀ ਸਲਤਨਤ ਨੂੰ ਵਾਪਸ ਉਸਦਾ ਰੁਤਬਾ ਦਿਵਾਇਆ। ਦਿੱਲੀ ਸਲਤਨਤ ਦੇ ਵਿੱਚ ਜਿਹੜਾ ਪ੍ਰੋਬਲਮ ਸੀ ਉਹਨੂੰ ਦੂਰ ਕੀਤਾ। ਬਲਬਨ ਨੂੰ ਉਲਗੂ ਖਾਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਬੇਟਾ ਇਹਦਾ ਇੱਕ ਹੋਰ ਨਾਮ ਵੀ ਰੱਖਿਆ ਗਿਆ ਸੀ, ਉਲਗੂ ਖਾਂ। ਕਿਸ ਨੇ ਦਿੱਤਾ ਸੀ? ਨਸੀਰੂਦੀਨ ਮਹਿਮੂਦ ਨੇ, ਜਿਹੜਾ ਇਸ ਤੋਂ ਪਿਛਲਾ ਬਾਦਸ਼ਾਹ ਸੀ ਦਿੱਲੀ ਦਾ ਸੁਲਤਾਨ ਸੀ, ਉਸਨੇ ਉਸਨੂੰ ਉਲਗੂ ਖਾਂ ਨਾਮ ਵੀ ਦਿੱਤਾ ਸੀ। ਸੋ ਗਿਆਸੂਦੀਨ ਬਲਬਨ ਹੁਣ ਦਿੱਲੀ ਸਲਤਨਤ ਦਾ ਸੁਲਤਾਨ ਬਣ ਗਿਆ। ਬਲਬਨ ਨੇ ਸਭ ਤੋਂ ਪਹਿਲਾਂ ਦਿੱਲੀ ਦੇ ਨੇੜੇ ਮੇਵਾਤੀਆਂ ਦੁਆਰਾ ਫੈਲਾਈ ਹੋਈ ਅਸ਼ਾਂਤੀ ਅਤੇ ਦੁਆਬੇ ਦੇ ਲੁਟੇਰਿਆਂ ਤੇ ਕਾਬੂ ਪਾਇਆ। ਬੇਟਾ ਜਦੋਂ ਇਹ ਦਿੱਲੀ ਦਾ ਸੁਲਤਾਨ ਬਣਿਆ ਤਾਂ ਉਸ ਸਮੇਂ ਦਿੱਲੀ ਦੇ ਆਲੇ ਦੁਆਲੇ ਮੇਵਾਤੀਆਂ ਦੇ ਜਿਹੜੇ ਸੀਗੇ ਲੋਕ, ਉਹ ਆਲੇ ਦੁਆਲੇ ਬੜਾ ਉਹਨਾਂ ਨੇ ਆਤੰਕ ਮਚਾਇਆ ਹੋਇਆ ਸੀ। ਲੁੱਟਮਾਰ ਕਰਦੇ ਸੀ, ਪਿੰਡਾਂ ਦੇ ਵਿੱਚੋਂ ਇਸਤਰੀਆਂ ਨੂੰ ਚੱਕ ਕੇ ਲੈ ਜਾਂਦੇ ਸੀ, ਬੜਾ ਦੁਰਵਿਵਹਾਰ ਕਰਦੇ ਸੀ। ਉਸੇ ਤਰ੍ਹਾਂ ਜਿਹੜੇ ਦੁਆਬੇ ਦੇ ਸੀਗੇ, ਉੱਥੇ ਲੁਟੇਰੇ, ਡਾਕੂ, ਚੋਰ, ਉਹ ਲੋਕਾਂ ਦੇ ਉੱਤੇ ਹਮਲਾ ਕਰ ਦਿੰਦੇ ਸੀ। ਵਪਾਰੀਆਂ ਦਾ ਇੱਕ ਥਾਂ ਤੋਂ ਦੂਜੀ ਥਾਂ ਤੇ ਆਉਣਾ ਜਾਣਾ ਬੜਾ ਮੁਸ਼ਕਿਲ ਕਰ ਦਿੱਤਾ ਸੀ। ਸੋ ਇਹ ਬਲਬਨ ਨੇ ਆਪਣੀ ਸ਼ਕਤੀ ਦੇ ਨਾਲ ਇਹ ਜਿਹੜੇ ਸਾਰੇ ਮੇਵਾਤੀ ਸੀ ਇਹਨਾਂ ਦੇ ਕੰਟਰੋਲ ਕੀਤਾ, ਇਹਨਾਂ ਨੂੰ ਮਾਰਿਆ। ਜਿੱਥੇ ਜਾ ਕੇ ਜੰਗਲਾਂ 'ਚ ਲੁਕਦੇ ਸੀ, ਇਹਨੇ ਉਹ ਜੰਗਲ ਕਟਵਾਤੇ, ਉੱਥੇ ਅੱਗ ਲਵਾਤੀ। ਉਸੇ ਤਰ੍ਹਾਂ ਦੁਆਬੇ ਦੇ ਲੁਟੇਰਿਆਂ ਨੂੰ ਕਾਬੂ ਕਰਕੇ ਮੌਤ ਦੇ ਘਾਟ ਉਤਾਰਿਆ ਤੇ ਲੋਕਾਂ ਦੀ ਜ਼ਿੰਦਗੀ ਨੂੰ ਸ਼ਾਂਤਮਈ ਬਣਾਇਆ ਤੇ ਦਿੱਲੀ ਦੀ ਸਲਤਨਤ ਨੂੰ ਹੋਰ ਮਜ਼ਬੂਤੀ ਦਿੱਤੀ। ਸੋ ਇਹ ਦਿੱਲੀ ਵਾਸਤੇ ਪ੍ਰੋਬਲਮ ਸੀ ਜਿਹੜੀਆਂ ਬਲਬਨ ਨੇ ਦੂਰ ਕੀਤੀਆਂ। ਇਸ ਤੋਂ ਦੁਆਰਾ ਹੋਰ ਉਸਨੇ ਕੀਤਾ, ਉਸਨੇ ਬੰਗਾਲ ਵਿੱਚ ਤੁਗਰਿਲ ਖਾਂ, ਬੰਗਾਲ ਦਾ ਜਿਹੜਾ ਸੂਬੇਦਾਰ ਸੀ ਤੁਗਰਿਲ ਖਾਂ, ਉਸ ਦੇ ਵਿਦਰੋਹ ਨੂੰ ਕੁਚਲ ਦਿੱਤਾ ਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ। ਬੇਟਾ ਉੱਥੋਂ ਬੰਗਾਲ ਦੇ ਵਿੱਚ ਜਿਹੜਾ ਉਹ ਸੀ, ਉਹ ਆਪਣੇ ਆਪ ਨੂੰ ਆਜ਼ਾਦ ਘੋਸ਼ਿਤ ਕਰਨਾ ਚਾਹੁੰਦਾ ਸੀ। ਤਾਂ ਇਹ ਖੁਦ ਜਿਹੜਾ ਆਪਣਾ ਬਲਬਨ ਸੀ ਉੱਥੇ ਗਿਆ, ਉਸ ਦੀ ਬੰਗਾਲ ਦੀ ਰਾਜਧਾਨੀ ਵਿੱਚ ਗਿਆ। ਤੁਗਰਿਗ ਖਾਂ ਨੂੰ ਉੱਥੇ ਉਹਨੇ ਮਾਰਿਆ ਤੇ ਬੰਗਾਲ ਦੇ ਉੱਤੇ ਕਬਜ਼ਾ ਕੀਤਾ। ਬੰਗਾਲ ਦੇ ਲੋਕਾਂ ਉੱਤੇ ਇੰਨਾ ਜ਼ਿਆਦਾ ਅਤਿਆਚਾਰ ਕੀਤਾ, ਜਿਹੜੀ ਉੱਥੋਂ ਦੀ ਪ੍ਰਜਾ ਸੀ, ਕਿਉਂਕਿ ਉਹ ਇਹਦੇ ਨਾਲ ਸੀਗੀ ਸੂਬੇਦਾਰ ਦੇ, ਤਾਂ ਉਹਨਾਂ ਨੂੰ ਇੰਨਾ ਜ਼ਿਆਦਾ ਤੰਗ ਕੀਤਾ, ਇੰਨੇ ਜ਼ਿਆਦਾ ਅਤਿਆਚਾਰ ਕੀਤੇ ਵੀ ਮੁੜ ਕੇ ਉਹ ਵਿਦਰੋਹ ਬਾਰੇ ਸੋਚ ਨਾ ਸਕਣ। ਸਖਤ ਸਜ਼ਾਵਾਂ ਦੇ ਕੇ ਉਸਨੇ ਬੰਗਾਲ ਨੂੰ ਮੁੜ ਆਪਣੇ ਅਧਿਕਾਰ ਦੇ ਵਿੱਚ ਦਿੱਲੀ ਸਲਤਨਤ ਦੇ ਅਧੀਨ ਕੀਤਾ। ਇਸ ਤੋਂ ਬਾਅਦ ਬਲਬਨ ਨੇ ਇੱਕ ਹੋਰ ਸ਼ਕਤੀਸ਼ਾਲੀ ਸੈਨਾ ਸਥਾਪਿਤ ਕਰਨ ਦੇ ਉਦੇਸ਼ ਨਾਲ ਫੌਜ ਦਾ ਪੁਨਰ ਗਠਨ ਕੀਤਾ। ਬੇਟਾ
ਜੋ ਪੁਰਾਣੀ ਫੌਜ ਚੱਲਦੀ ਆ ਰਹੀ ਸੀ ਉਸ ਦੇ ਵਿੱਚ ਉਸਨੇ ਬਹੁਤ ਸ਼ਫਲਿੰਗਸ ਕੀਤੀਆਂ, ਬੜੀਆਂ ਚੇਂਜਸ ਲਿਆਤੀਆਂ। ਕੀ ਚੇਂਜਸ ਕੀਤੀਆਂ? ਤਾਂ ਉਸਨੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕੀਤਾ, ਨਵੇਂ ਤਾਕਤਵਰ ਬੱਚਿਆਂ ਨੂੰ, ਹੈ ਨਾ, ਜਿਹੜੇ ਨੌਜਵਾਨ ਸੀਗੇ, ਯੰਗ ਬਲੱਡ ਸੀਗਾ, ਉਹਨਾਂ ਨੂੰ ਸੈਨਾ ਦੇ ਵਿੱਚ ਭਰਤੀ ਕੀਤਾ। ਕਮਜ਼ੋਰ ਹੋ ਚੁੱਕੇ ਜਾਂ ਬਜ਼ੁਰਗ ਜਿਹੜੇ ਬੁੱਢੇ ਸੈਨਿਕ ਸੀਗੇ ਉਹਨਾਂ ਨੂੰ ਸੈਨਾ ਦੇ ਵਿੱਚੋਂ ਕੱਢ ਦਿੱਤਾ, ਤਾਂ ਜੋ ਉਹ ਕਹਿੰਦਾ ਵੀ ਸੈਨਾ ਵਾਸਤੇ ਲੜਨ ਵਾਸਤੇ ਸ਼ਕਤੀਸ਼ਾਲੀ ਲੋਕਾਂ ਦੀ ਲੋੜ ਹੈ, ਬੁੱਢਿਆਂ ਤੇ ਕਮਜ਼ੋਰ ਲੋਕਾਂ ਦੀ ਲੋੜ ਨਹੀਂ। ਤਾਂ ਉਹਨੇ ਨਵੇਂ ਨੌਜਵਾਨਾਂ ਨੂੰ ਉਹਦੇ ਵਿੱਚ ਭਰਤੀ ਕੀਤਾ, ਆਪਣੀ ਸੈਨਾ ਨੂੰ ਤਿਆਰ ਕੀਤਾ। ਉਸਨੇ ਸੈਨਿਕਾਂ ਨੂੰ ਦਿੱਤੀ ਜਾਣ ਵਾਲੀਆਂ ਜਾਗੀਰਾਂ ਬੰਦ ਕਰ ਦਿੱਤੀਆਂ। ਆਪਾਂ ਦੇਖਿਆ ਸੀ ਨਾ ਵੀ ਉੱਥੇ ਉਹਨਾਂ ਨੂੰ ਉਹਦੇ ਨਾਲ ਪ੍ਰੋਪਰਟੀਜ਼ ਵੀ ਦੇਣ ਲੱਗ ਗਏ ਸੀ। ਆਪਣਾ ਇਕਤਾਦਾਰੀ ਪ੍ਰਥਾ ਸ਼ੁਰੂ ਕੀਤੀ ਸੀ ਇਲਤੁਤਮਿਸ਼ ਨੇ, ਇਹਨੇ ਉਹ ਬੰਦ ਕਰ ਦਿੱਤੀ। ਸਿਰਫ ਸੈਲਰੀ, ਨਗਦ ਪੇਮੈਂਟ ਕਰਨ ਲੱਗ ਗਿਆ, ਉਹਨਾਂ ਨੂੰ ਸੈਲਰੀ ਦੇਣ ਲੱਗ ਗਿਆ, ਤਾਂ ਇਹ ਜਗੀਰਾਂ ਦੇਣੀਆਂ ਇਸਨੇ ਬੰਦ ਕਰ ਦਿੱਤੀਆਂ। ਇਸ ਤੋਂ ਇਲਾਵਾ ਇੱਕ ਸ਼ਕਤੀਸ਼ਾਲੀ ਸੈਨਾ ਸਦਕਾ ਹੀ ਬਲਬਨ ਨੇ ਦੇਸ਼ ਨੂੰ ਵਿਦੇਸ਼ੀ ਹਮਲਿਆਂ ਅਤੇ ਅੰਦਰੂਨੀ ਬਗਾਵਤਾਂ ਤੋਂ ਸੁਰੱਖਿਅਤ ਰੱਖਣ ਵਿੱਚ ਸਫਲ ਰਿਹਾ। ਬੇਟਾ ਉਸਦੀ ਇਹ ਬਹੁਤ ਵੱਡੀ ਇੱਕ ਉਪਲਬਧੀ ਸੀ ਵੀ ਉਹਨੇ ਸੈਨਾ ਹੀ ਇੰਨੀ ਸ਼ਕਤੀਸ਼ਾਲੀ ਬਣਾ ਲਈ ਵੀ ਬਾਹਰੋਂ ਕੋਈ ਦੇਸ਼ ਦੇ ਉੱਤੇ ਹਮਲਾ ਕਰਦਾ ਉਸ ਨੂੰ ਵੀ ਇਹ ਕੰਟਰੋਲ ਕਰ ਲੈਂਦਾ ਸੀ। ਅੰਦਰੂਨੀ ਬਗਾਵਤਾਂ ਨੂੰ ਤਾਂ ਇਹਨੇ ਲਗਭਗ ਬੰਦ ਹੀ, ਦਬਾ ਹੀ ਦਿੱਤਾ ਸੀ, ਕੁਚਲ ਹੀ ਦਿੱਤਾ ਸੀ, ਜਿਹੜਾ ਕਿ ਇਹਦਾ ਸ਼ਕਤੀਸ਼ਾਲੀ ਸੈਨਾ ਦਾ ਹੀ ਇੱਕ ਉਹ ਰੂਪ ਸੀ। ਸੋ ਆਹ ਦੇਖੋ ਆਪਣੇ ਕੋਲ ਇੱਕ ਤਸਵੀਰ ਹੈ ਜਿਹਦੇ 'ਚ ਬਹੁਤ ਸਾਰੇ ਹੈ ਨਾ ਸਰਦਾਰ ਇਕੱਠੇ ਹੋਏ ਨੇ, ਇਹਦੇ 'ਚੋਂ ਇੱਕ ਘੋੜੇ 'ਤੇ ਬੈਠਾ ਹੈ, ਇਹ ਆਪਣੇ ਕੋਲ ਬਲਬਨ ਸੀ। ਬੇਟਾ ਇਹ ਤੁਹਾਡੇ ਯਾਦ ਹੋਵੇ ਜਿਹੜੇ ਉਹ ਚਾਲੀਸਾ ਸਥਾਪਿਤ ਕੀਤੀ ਗਈ ਸੀ, ਉਹਨਾਂ 40 ਸਰਦਾਰਾਂ ਦੇ ਵਿੱਚੋਂ ਇੱਕ ਸੀ। ਹੌਲੀ ਹੌਲੀ ਤਾਕਤ ਪ੍ਰਾਪਤ ਕਰਦਾ ਇੰਨਾ ਸ਼ਕਤੀਸ਼ਾਲੀ ਬਣ ਗਿਆ ਵੀ ਇੱਕ ਦਿਨ ਇਹ ਦਿੱਲੀ ਦਾ ਸੁਲਤਾਨ ਬਣ ਬੈਠਾ, ਆਪਣੇ ਸੁਲਤਾਨ ਨੂੰ ਮਾਰ ਕੇ ਖੁਦ ਦਿੱਲੀ ਦਾ ਸੁਲਤਾਨ ਬੈਠਾ। ਸੋ ਇਹਨੂੰ ਉਸ ਚਾਲੀਸਾ ਦੀ ਪਾਵਰਾਂ ਬਾਰੇ ਪਤਾ ਸੀ, ਸ਼ਕਤੀਆਂ ਬਾਰੇ ਪਤਾ ਸੀ, ਉਹਨਾਂ ਸਰਦਾਰਾਂ ਬਾਰੇ ਪਤਾ ਸੀ, ਕਿਉਂਕਿ ਖੁਦ ਉਹਨੇ 40 ਸਰਦਾਰਾਂ ਵਿੱਚੋਂ ਇੱਕ ਸੀ। ਸੋ ਇਸ ਨੇ ਸੋਚਿਆ ਵੀ ਇਹ ਚਾਲੀਸਾ ਨੂੰ ਹੀ ਬੰਦ ਕਰ ਦਿੱਤਾ ਜਾਵੇ, ਉਹਨਾਂ ਦੀਆਂ ਸ਼ਕਤੀਆਂ ਨੂੰ ਹੀ ਖਤਮ ਕਰ ਦਿੱਤਾ ਜਾਵੇ, ਤਾਂ ਜੋ ਮੁੜ ਕੇ ਕੋਈ ਬਗਾਵਤ ਨਾ ਕਰੇ। ਸੋ ਇਲਤੁਤਮਿਸ਼ ਦੁਆਰਾ ਜਿਹੜੀ ਉਹ ਚਲਾਈ ਗਈ ਸੀ ਚਾਲੀਸਾ ਪ੍ਰਥਾ, ਚਾਲੀਸਾ ਜਿਹੜਾ ਇੱਕ ਸਥਾਪਿਤ ਕੀਤਾ ਗਿਆ ਸੀ ਗਰੁੱਪ, ਉਸ ਨੂੰ ਕਿਸ ਨੇ ਬੰਦ ਕੀਤਾ? ਗਿਆਸੁਦੀਨ ਬਲਬਨ ਨੇ ਉਸ ਨੂੰ ਖਤਮ ਕਰ ਦਿੱਤਾ, ਉਸ ਨੂੰ ਬੰਦ ਕਰ ਦਿੱਤਾ। ਆਪਦੀ ਪਾਵਰ ਨੂੰ, ਸਾਰੀ ਪਾਵਰ ਕਿੱਥੇ ਰੱਖ ਲਈ? ਆਪਦੇ ਕੋਲੇ ਲੈ ਲਈ। ਉਹ 40 ਜਿਹੜੇ ਸਰਦਾਰ ਸੀ, ਸੈਨਿਕ ਸੀ, ਉਹਨਾਂ ਤੋਂ ਸਾਰੀ ਪਾਵਰ ਖੋਹ ਲਈ ਗਈ। ਭਾਵ ਉਹਨਾਂ ਨੂੰ ਖਤਮ ਹੀ ਕਰਦਾ ਤਾਂ ਪਾਵਰ ਸਾਰੀ ਕਿਹਦੇ ਕੋਲੇ ਆ ਗਈ? ਬਲਬਨ ਕੋਲੇ ਆ ਗਈ, ਦਿੱਲੀ ਦੇ ਸੁਲਤਾਨ ਕੋਲੇ ਆ ਗਈ। ਬਲਬਨ ਨੇ ਭਾਰਤ ਨੂੰ ਮੰਗੋਲਾਂ ਦੇ ਖੂੰਖਾਰ ਹਮਲਿਆਂ ਤੋਂ ਸੁਰੱਖਿਅਤ ਰੱਖਣ ਲਈ ਸਰਹੱਦਾਂ ਉੱਤੇ ਕੁਸ਼ਲ ਅਤੇ ਬਹਾਦਰ ਸੈਨਿਕਾਂ ਨੂੰ ਨਿਯੁਕਤ ਕੀਤਾ। ਬੇਟਾ ਇਹ ਮੰਗੋਲਾਂ ਨੇ ਭਾਰਤ 'ਤੇ ਬੜੇ ਹਮਲੇ ਕੀਤੇ ਸੀ, ਉਹਨਾਂ ਤੋਂ ਬਚਾਉਣ ਵਾਸਤੇ ਇਸ ਨੇ ਬੜੀ ਵਧੀਆ ਯੋਜਨਾ ਬਣਾਈ ਵੀ ਜਿਹੜੀ ਸਰਹੱਦਾਂ ਸੀ, ਬਾਰਡਰ ਸੀਗੇ, ਉਹਦੇ ਉੱਤੇ ਕੁਸ਼ਲ ਬਹਾਦਰ ਨੌਜਵਾਨ ਸੈਨਿਕਾਂ ਨੂੰ ਨਿਯੁਕਤ ਕਰ ਦਿੱਤਾ ਗਿਆ, ਤਾਂ ਜੋ ਉਹ ਡਟ ਕੇ ਮੁਕਾਬਲਾ ਕਰ ਸਕਣ ਤੇ ਇਹਨਾਂ ਨੂੰ, ਮੰਗੋਲਾਂ ਨੂੰ ਭਾਰਤ ਵਿੱਚ ਦਾਖਲ ਹੋਣ ਨਾ ਦੇਣ। ਉਸ ਨੇ ਮੰਗੋਲਾਂ ਦੇ ਵਿਰੁੱਧ ਲਹੂ ਅਤੇ ਲੋਹੇ ਦੀ ਨੀਤੀ ਵੀ ਬਣਾਈ। ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਬੇਟਾ, ਯਾਦ ਰੱਖਿਓ। ਲਹੂ ਅਤੇ ਲੋਹੇ ਦੀ, ਬਲੱਡ ਐਂਡ ਆਇਰਨ ਪਾਲਿਸੀ ਸੀ ਜਿਹੜੀ, ਇਹ ਕਿਹਨੇ ਅਪਣਾਈ ਸੀ ਬੇਟਾ? ਗਿਆਸੁਦੀਨ ਬਲਬਨ ਨੇ ਅਪਣਾਈ ਸੀ। ਇਹਦਾ ਮਤਲਬ ਸੀ ਵੀ ਜੇ ਤਾਂ ਕੋਈ ਵੀ ਜਿਹੜੇ ਵੀ ਮੰਗੋਲ ਸਾਡੇ 'ਤੇ ਹਮਲਾ ਕਰਨਗੇ, ਤਲਵਾਰ ਨਾਲ ਉਹਨਾਂ ਨੂੰ ਵੱਢ ਦਿੱਤਾ ਜਾਊਗਾ ਤੇ ਉਹਨਾਂ ਦਾ ਲਹੂ ਬਹਾ ਦਿੱਤਾ ਜਾਊਗਾ। ਇਸ ਤਰ੍ਹਾਂ ਦੀਆਂ ਕੁਝ ਸਖਤ ਨੀਤੀਆਂ ਅਤੇ ਕੁਝ ਸਹੀ ਯੋਜਨਾਵਾਂ ਦੇ ਨਾਲ ਇਸ ਨੇ ਮੰਗੋਲਾਂ ਨੂੰ ਭਾਰਤ ਉੱਤੇ ਹਮਲਾ ਕਰਨ ਤੋਂ ਵੀ ਬਹੁਤ ਵਾਰ ਰੋਕਿਆ। ਸਰਹੱਦਾਂ ਉੱਤੇ ਨਵੇਂ ਕਿਲਿਆਂ ਦਾ ਨਿਰਮਾਣ ਕਰਵਾਇਆ, ਉੱਥੋਂ ਕੰਟਰੋਲ ਕੀਤਾ ਜਾ ਸਕੇ, ਦੇਸ਼ ਦੀ ਸੁਰੱਖਿਆ ਕੀਤੀ ਜਾ ਸਕੇ। ਸੈਨਿਕਾਂ ਨੂੰ ਚੰਗੇ ਹਥਿਆਰਾਂ ਨਾਲ ਲੈਸ ਕੀਤਾ, ਬਹੁਤ ਵਧੀਆ ਹਥਿਆਰ, ਆਧੁਨਿਕ ਹਥਿਆਰ ਜਿੰਨੇ ਵੀ ਮਿਲਦੇ ਸੀ ਇਹ ਆਪਣੀ ਸੈਨਾ ਨੂੰ ਉਪਲਬਧ ਕਰਵਾਉਂਦਾ ਸੀ, ਤਾਂ ਜੋ ਇਹ ਆਪਣੇ ਦੇਸ਼ ਨੂੰ ਬਾਹਰੀ ਹਮਲਿਆਂ ਤੇ ਅੰਦਰੂਨੀ ਵਿਦਰੋਹਾਂ ਤੋਂ ਬਚਾ ਕੇ ਰੱਖ ਸਕੇ। ਹੁਣ ਬੇਟਾ ਇਹ ਬਲਬਨ ਦੇ ਸਮੇਂ ਤੱਕ ਜਿਹੜਾ ਦਿੱਲੀ ਦੇ ਸੁਲਤਾਨ ਦੀ ਜਿਹੜੀ ਗਰੀਮਾ ਸੀ ਜਾਂ ਅਹੁਦਾ ਸੀ, ਉਹ ਬਹੁਤ ਅੱਖਰ ਪੱਖਰ ਹੋ ਚੁੱਕਿਆ ਸੀ, ਹੈ ਨਾ, ਕਿਉਂਕਿ ਜਿਹੜੇ ਸੂਬੇਦਾਰ ਸੀ ਉਹ ਆਪਣੀ ਸ਼ਕਤੀਆਂ ਵਰਤਣ ਲੱਗ ਗਏ ਸੀ। ਸੋ ਇਲਤੁਤਮਿਸ਼ ਦੀ ਮੌਤ ਤੋਂ ਬਾਅਦ ਸੁਲਤਾਨ ਦੀ ਸ਼ਕਤੀ ਅਤੇ ਮਾਨ ਵਿੱਚ ਕਾਫੀ ਕਮੀ ਆ ਗਈ ਸੀ, ਕਿਉਂਕਿ ਹਰ ਇੱਕ ਬੰਦਾ ਆਜ਼ਾਦ ਹੋਣ ਨੂੰ ਫਿਰਦੇ ਸੀ ਜਿਹੜੇ ਗਵਰਨਰ ਸੀ। ਬਲਬਨ ਨੇ ਸੁਲਤਾਨ ਦੇ ਗੌਰਵ ਨੂੰ ਮੁੜ ਸਥਾਪਿਤ ਕਰਨ ਲਈ ਆਪਣੇ ਆਪ ਨੂੰ ਜ਼ਿਲ੍ਹੇ ਇਲਾਹੀ ਦੀ ਉਪਾਧੀ ਦਿੱਤੀ। ਬੜਾ ਇੰਪੋਰਟੈਂਟ ਫਿਰ ਇੱਕ ਪ੍ਰਸ਼ਨ ਹੋਰ ਆ ਗਿਆ ਬੇਟਾ, ਜ਼ਿਲ੍ਹੇ ਇਲਾਹੀ ਦੀ ਉਪਾਧੀ ਕਿਸ ਨੇ ਦਿੱਤੀ ਸੀ? ਬਲਬਨ ਨੇ, ਗਿਆਸੁਦੀਨ ਬਲਬਨ ਨੇ। ਇਹਦਾ ਕੀ ਮਤਲਬ ਸੀ? ਕਹਿੰਦਾ ਇਸ ਦਾ ਭਾਵ ਇਹ ਸੀ ਕਿ ਸੁਲਤਾਨ ਨੂੰ ਰਾਜ ਕਰਨ ਦਾ ਅਧਿਕਾਰ ਪ੍ਰਮਾਤਮਾ ਵੱਲੋਂ ਮਿਲਿਆ। ਬੇਟਾ ਪ੍ਰਮਾਤਮਾ ਨੇ ਨੋਮੀਨੇਟ ਕੀਤਾ ਇਹ ਬੰਦਾ, ਪ੍ਰਮਾਤਮਾ ਦਾ ਹੀ ਇੱਕ ਦੂਤ ਹੈ। ਸੁਲਤਾਨ ਈਸ਼ਵਰ ਦਾ ਹੀ ਇੱਕ ਰੂਪ ਹੁੰਦਾ ਹੈ, ਇਸ ਦਾ ਮਤਲਬ ਇਹ ਸੀ। ਸੋ ਇਸ ਨੇ ਆਪਣੇ ਆਪ ਨੂੰ ਜ਼ਿਲ੍ਹੇ ਇਲਾਹੀ ਕਹਾਉਣਾ ਸ਼ੁਰੂ ਕੀਤਾ। ਦਰਬਾਰ ਦੇ ਵਿੱਚ ਆ ਕੇ ਜਦੋਂ ਉਹਨਾਂ ਨੂੰ ਬਾਦਸ਼ਾਹ ਜਾਂ ਸੁਲਤਾਨ ਕਿਹਾ ਜਾਂਦਾ ਤੇ ਉਹਦੇ ਨਾਲ ਸੰਬੋਧਿਤ ਕੀਤਾ ਜਾਂਦਾ, ਜ਼ਿਲ੍ਹੇ ਇਲਾਹੀ, ਹੈ ਨਾ, ਸੁਲਤਾਨ ਗਿਆਸੁਦੀਨ ਬਲਬਨ। ਇਸ ਤਰ੍ਹਾਂ ਇਹਨੇ ਆਪਣੇ ਆਪ ਨੂੰ ਜ਼ਿਲ੍ਹੇ ਇਲਾਹੀ ਦੀ ਇੱਕ ਉਪਾਧੀ ਨਾਲ ਸੁਸ਼ੋਭਿਤ ਕੀਤਾ ਜਾਂ ਆਪਣੇ ਆਪ ਨੂੰ ਉਪਾਧੀ ਦਿੱਤੀ। ਕਾਫੀ ਇੰਪੋਰਟੈਂਟ ਪ੍ਰਸ਼ਨ ਹੈ, ਤੁਸੀਂ ਇਸ ਨੂੰ ਧਿਆਨ ਵਿੱਚ ਰੱਖਣਾ ਹੈ। ਇਸ ਤੋਂ ਇਲਾਵਾ ਬਲਬਨ ਨੇ ਆਪਣੇ ਦਰਬਾਰ ਵਿੱਚ ਸਿਜਦਾ ਭਾਵ ਸਿਰ ਝੁਕਾ ਕੇ ਪ੍ਰਣਾਮ ਕਰਨਾ, ਉਸਨੇ ਇੱਕ ਨਵੀਂ ਪ੍ਰਥਾ ਚਲਾਈ ਵੀ ਜੋ ਦਰਬਾਰ ਦੇ ਵਿੱਚ ਆਊਗਾ ਉਹ ਸਿਰ ਝੁਕਾ ਕੇ ਪ੍ਰਣਾਮ ਕਰੂਗਾ।
ਹੈ ਨਾ, ਆਪਣਾ ਸਿਰ ਝੁਕਾਓ, ਜਿਹਨੂੰ ਆਪਾਂ ਸਿਜਦਾ ਕਰਨਾ ਬੋਲਦੇ ਹਾਂ। ਅਤੇ ਪਾਵੋਸ਼, ਪਾਵੋਸ਼ ਹੁੰਦਾ ਬੇਟਾ, ਪਾਫ ਮੀਨਸ ਪੈਰ, ਪੈਰਾਂ ਵਿੱਚ ਡਿੱਗ ਕੇ ਸੁਲਤਾਨ ਨੂੰ ਪ੍ਰਣਾਮ ਕਰਨਾ। ਇੱਕ ਤਾਂ ਸਿਜਦਾ ਕਰਨਾ, ਸਿਰ ਝੁਕਾਉਣਾ, ਦੂਜਾ ਜਦੋਂ ਸੁਲਤਾਨ ਮਿਲੇ ਤਾਂ ਉਹਦੇ ਪੈਰਾਂ ਵਿੱਚ, ਤੁਸੀਂ ਕਈ ਵਾਰ ਨਾ ਦੇਖਿਆ ਉਹ ਟੀ ਵੀ 'ਤੇ ਪੁਰਾਣੇ ਕੋਈ ਸੀਰੀਅਲ ਚੱਲਦੇ ਨੇ, ਉਹਦੇ ਵਿੱਚ ਲੋਕ ਐਂ ਜ਼ਮੀਨ 'ਤੇ ਲਿਟ ਕੇ ਪ੍ਰਣਾਮ ਕਰਦੇ ਹੁੰਦੇ ਸੀ, ਉਹ ਪਾਵੋਸ਼, ਉਸੇ ਨੂੰ ਪਾਵੋਸ਼ ਬੋਲਦੇ ਨੇ, ਪੈਰਾਂ ਵਿੱਚ ਡਿੱਗ ਕੇ ਪ੍ਰਣਾਮ ਕਰਨ ਦੀ। ਇਹ ਦੋ ਪਰੰਪਰਾਵਾਂ ਕਿਹੜੀਆਂ ਕਿਹੜੀਆਂ, ਸਿਜਦਾ ਅਤੇ ਪਾਵੋਸ਼, ਇਹ ਬਲਬਨ ਨੇ ਆਪਣੇ ਦਰਬਾਰ ਦੇ ਵਿੱਚ ਸਥਾਪਿਤ ਕੀਤੀਆਂ ਸੀ। ਇਸ ਤੋਂ ਇਲਾਵਾ ਉਸਨੇ ਸਮਾਜ ਦੇ ਵਿੱਚ ਇੱਕ ਪਾਰਸੀ ਭਾਈਚਾਰਾ ਸੀ, ਉਸ ਨੂੰ ਖੁਸ਼ ਕਰਨ ਵਾਸਤੇ ਇੱਕ ਨਵਰੋਜ਼ ਤਿਉਹਾਰ ਮਨਾਉਣ ਦੀ ਸ਼ੁਰੂਆਤ ਵੀ ਕੀਤੀ ਸੀ। ਇਹ ਵੀ ਬੇਟਾ ਕਾਫੀ ਇੰਪੋਰਟੈਂਟ ਪ੍ਰਸ਼ਨ ਹੈ। ਸੋ ਇਹ ਕੁਝ ਇੰਪੋਰਟੈਂਟ ਪ੍ਰਸ਼ਨ ਨੇ, ਨਾਲ ਨਾਲ ਰਿਵਾਈਜ਼ ਕਰੀ ਚੱਲਿਓ। ਪਾਰਸੀ ਭਾਈਚਾਰੇ ਦਾ ਕਿਹੜਾ ਤਿਉਹਾਰ ਹੁੰਦਾ, ਨਵਰੋਜ਼। ਕਿਸਨੇ ਸ਼ੁਰੂ ਕੀਤਾ ਸੀ, ਬਲਬਨ ਨੇ ਸ਼ੁਰੂ ਕੀਤਾ ਸੀ, ਸਮਾਜ ਦੇ ਵਿੱਚ ਆਪਣੇ ਆਪ ਨੂੰ ਹੋਰ ਕਰਨ ਵਾਸਤੇ। ਤਾਂ ਬੇਟਾ ਇੱਕ ਉਸ ਦੇ ਦਰਬਾਰ ਦੇ ਵਿੱਚ ਫਾਰਸੀ ਭਾਸ਼ਾ ਦਾ ਬੜਾ ਪ੍ਰਸਿੱਧ ਕਵੀ ਸੀ ਅਮੀਰ ਖੁਸਰੋ। ਤੁਸੀਂ ਨਾਮ ਸੁਣਿਆ ਹੋਊ, ਅਮੀਰ ਖੁਸਰੋ। ਇਹ ਫਾਰਸੀ ਭਾਸ਼ਾ ਦਾ ਇੱਕ ਪ੍ਰਸਿੱਧ ਕਵੀ ਸੀ। ਇਹ ਵੀ ਬਲਬਨ ਦੇ ਦਰਬਾਰ ਵਿੱਚ ਹੁੰਦਾ ਸੀ। ਇਸ ਨੇ ਵੀ ਕਾਫੀ ਇਤਿਹਾਸ ਬਾਰੇ, ਬਲਬਨ ਦੇ ਕਾਰਜ ਬਾਰੇ, ਉਸਦੇ ਰਾਜ ਪਾਠ ਬਾਰੇ ਬਹੁਤ ਕੁਝ ਲਿਖਿਆ ਹੈ। ਇੰਨੀਆਂ ਚੀਜ਼ਾਂ ਤੋਂ ਸਾਨੂੰ ਇਹ ਪ੍ਰਾਪਤ ਹੁੰਦਾ ਵੀ ਨਿਸੰਦੇਹ ਜਿਹੜਾ ਬਲਬਨ ਸੀ, ਦਿੱਲੀ ਸਲਤਨਤ ਦੇ ਮਹਾਨ ਸ਼ਾਸਕਾਂ ਵਿੱਚੋਂ ਇੱਕ ਸੀ, ਇੱਕ ਕਈ ਬਹਾਦਰ ਅਤੇ ਮਹਾਨ ਸ਼ਾਸਕ ਸੀ। ਉਸਨੇ ਆਪਣੀ ਸਿਆਣਪ, ਤਜਰਬੇ ਅਤੇ ਪੱਕੇ, ਤਜਰਬਾ ਪਾਵੋ 40 ਸਾਲ ਦੇ ਵਿੱਚ ਬਹੁਤ ਲੰਬੇ ਸਮਾਂ ਉਹਨੇ ਇੱਕ ਸੈਨਿਕ ਜਾਂ ਇੱਕ ਬਹਾਦਰ ਸੂਬੇਦਾਰ ਦਾ ਰੂਪ ਇਖਤਿਆਰ ਕੀਤਾ ਸੀ। ਫਿਰ ਤਾਕਤਾਂ ਪ੍ਰਾਪਤ ਕਰਦਾ ਕਰਦਾ ਇੱਕ ਦਿਨ ਦਿੱਲੀ ਸਲਤਨਤ ਦਾ ਸੁਲਤਾਨ ਬਣ ਬੈਠਿਆ ਅਤੇ ਪੱਕੇ ਇਰਾਦਿਆਂ ਦੇ ਨਾਲ ਦਿੱਲੀ ਸਲਤਨਤ ਨੂੰ ਅਜਿਹੇ ਸਮੇਂ ਪੱਕੇ ਪੈਰੀ ਖੜਾ ਕੀਤਾ, ਭਾਵ ਦਿੱਲੀ ਸਲਤਨਤ ਨੂੰ ਉਸਦੀ ਹੋਂਦ ਵਾਪਸ ਦਿਲਾਈ ਜਦੋਂ ਦਿੱਲੀ ਦੀ ਹੋਂਦ ਨੂੰ ਭਾਰੀ ਖਤਰਾ ਸੀ। ਉਸਨੇ ਆਪਣੀ ਬਹਾਦਰੀ ਨਾਲ ਦਿੱਲੀ ਨੂੰ ਵਾਕਈ ਦਿੱਲੀ ਸਲਤਨਤ ਦਾ ਰੂਪ ਦਿੱਤਾ, ਜਿਸ ਸਮੇਂ ਦਿੱਲੀ ਦੀ ਹੋਂਦ ਵੀ ਖਤਮ ਹੋਣ ਵਾਲੀ ਸੀ। ਤਾਂ ਇਸੇ ਤਰ੍ਹਾਂ ਚੱਲਦੇ ਚੱਲਦੇ 1286 ਈਸਵੀ ਵਿੱਚ ਗਿਆਸੁਦੀਨ ਬਲਬਨ ਦੀ ਵੀ ਮੌਤ ਹੋ ਗਈ। ਬੇਟਾ ਇਹ ਦਿੱਲੀ ਸਲਤਨਤ ਦਾ ਅਖੀਰਲਾ ਮਹਾਨ ਸ਼ਾਸਕ, ਬਹਾਦਰ ਸ਼ਾਸਕ, ਜਿਹਦੇ ਬਾਰੇ ਹਿਸਟਰੀ ਦੇ ਵਿੱਚ ਡਿਟੇਲ ਵਿੱਚ ਆਉਂਦਾ ਹੈ, ਉਹ ਰਿਹਾ ਹੈ ਅਖੀਰਲਾ ਮਹਾਨ ਸ਼ਾਸਕ ਸੀ ਕਿਹੜਾ, ਦਿੱਲੀ ਸਲਤਨਤ ਦਾ ਦਾਸ ਵੰਸ਼ ਦਾ। ਦਾਸ ਵੰਸ਼ ਦਾ ਪਹਿਲਾ ਸ਼ਾਸਕ ਕੌਣ ਸੀ, ਕੁਤਬਦੀਨ ਐਬਕ। ਅਖੀਰਲਾ ਬਹਾਦਰ ਸ਼ਾਸਕ ਕੌਣ ਸੀ, ਗਿਆਸੁਦੀਨ ਬਲਬਨ। ਇਸ ਤੋਂ ਮਗਰੋਂ ਵੀ ਕੁਝ ਉੱਤਰਾਧਿਕਾਰੀ ਵਗੈਰਾ ਹੋਏ ਨੇ, ਬਟ ਉਹ ਇੰਨੇ ਫੇਮਸ ਨਹੀਂ ਰਹੇ, ਨਾ ਉਹ ਬਹਾਦਰ ਰਹੇ। ਹੌਲੀ ਹੌਲੀ ਦਿੱਲੀ ਸਲਤਨਤ ਦੇ ਵਿੱਚੋਂ ਦਾਸ ਵੰਸ਼ ਦਾ ਅੰਤ ਹੁੰਦਾ ਗਿਆ। ਇਸ ਕਰਕੇ ਇਸੇ ਨੂੰ ਅਖੀਰਲਾ ਬਹਾਦਰ ਅਤੇ ਮਹਾਨ ਸ਼ਾਸਕ ਮੰਨਿਆ ਜਾਂਦਾ ਹੈ। ਬਲਬਨ ਦੇ ਉੱਤਰਾਧਿਕਾਰੀ ਸੀਗੇ ਜਿਹੜੇ ਕਮਜ਼ੋਰ ਤੇ ਅਯੋਗ ਸੀਗੇ, ਉਹਨਾਂ ਤੋਂ ਦਿੱਲੀ ਸਲਤਨਤ ਦੇ ਉੱਤੇ ਬਹੁਤਾ ਕਬਜ਼ਾ ਨਹੀਂ ਰੱਖਿਆ ਗਿਆ, ਆਪਣੀ ਰਾਜ ਪਾਠ ਨਹੀਂ ਸਾਂਭਿਆ ਗਿਆ, ਜਿਹਦੇ ਵਿੱਚੋਂ ਕੈਕੁਬਾਦ 1287 ਤੋਂ ਲੈ ਕੇ 1290 ਤੱਕ ਦਿੱਲੀ ਸਲਤਨਤ ਦੇ ਰਿਹਾ। ਨਾ ਤਾਂ ਕੋਈ ਕੰਮ ਕੀਤਾ, ਨਾ ਦਿੱਲੀ ਸਲਤਨਤ ਦਾ ਵਾਧਾ ਕੀਤਾ, ਸਗੋਂ ਲੜਾਈਆਂ ਝਗੜੇ, ਸੂਬੇਦਾਰ ਆਪਣੇ ਆਪ ਨੂੰ ਇੰਡੀਪੈਂਡੈਂਟ ਕਰਨ ਲੱਗ ਗਏ, ਗਵਰਨਰਾਂ ਨੇ, ਪ੍ਰਾਂਤਾਂ ਦੇ ਗਵਰਨਰਾਂ ਨੇ ਵਿਦਰੋਹ ਕਰਤੇ, ਰਾਜ ਪਾਠ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੋ ਗਈਆਂ। ਇਸ ਤੋਂ ਮਗਰੋਂ ਇਸ ਦਾ ਮੁੰਡਾ ਸੀਗਾ ਕੈਮੂਰਸ। 1290 ਦੇ ਵਿੱਚ ਉਹ ਦਿੱਲੀ ਦੇ ਤਖਤ 'ਤੇ ਬੈਠਾ। ਜਦੋਂ ਉਹ ਦਿੱਲੀ ਦੇ ਤਖਤ 'ਤੇ ਬੈਠਾ ਸੀ, ਉਹ ਖੁਦ ਨਾਬਾਲਗ ਸੀ, ਛੋਟੀ ਜਿਹੀ ਉਮਰ ਦਾ ਬੱਚਾ ਸੀ ਇੱਕ। ਸੋ ਕੈਮੂਰਸ ਜੋ ਇੱਕ ਨਾਬਾਲਗ ਸੁਲਤਾਨ ਸੀ ਨੂੰ ਉਸਦੇ ਹੀ ਇੱਕ ਸੈਨਾਪਤੀ ਜਲਾਲੂਦੀਨ ਖਿਲਜੀ ਨੇ ਕਤਲ ਕਰ ਦਿੱਤਾ। ਸੋ ਇਹ ਅਖੀਰਲਾ ਜਿਹੜਾ ਬਾਦਸ਼ਾਹ ਸੀ ਜਾਂ ਸੁਲਤਾਨ ਸੀ ਦਾਸ ਵੰਸ਼ ਦਾ, ਕੈਮੂਰਸ, ਉਹ ਇੱਕ ਨਾਬਾਲਿਗ ਬੱਚਾ ਸੀ, ਉਸ ਦਾ ਹੀ ਇੱਕ ਸੈਨਾਪਤੀ ਸੀ। ਕੌਣ ਸੀ, ਜਲਾਲੂਦੀਨ ਖਿਲਜੀ। ਇਸ ਦੇ ਨਾਲ ਨਾਲ ਬੇਟਾ ਦਾਸ ਵੰਸ਼ ਦਾ ਮੁਕੰਮਲ ਅੰਤ ਹੋ ਗਿਆ, ਜਦ ਕਿ ਬਹਾਦਰ ਤਾਂ ਜਿਹੜਾ ਸੁਲਤਾਨ ਸੀ ਗਿਆਸੁਦੀਨ ਬਲਬਨ 1286 ਵਿੱਚ ਹੀ ਮੌਤ ਹੋ ਗਈ ਸੀ। 4 ਸਾਲ ਉਸਦੇ ਉੱਤਰਾਧਿਕਾਰੀਆਂ ਨੇ ਦਿੱਲੀ ਸਲਤਨਤ ਦੇ ਤਖਤ ਦੇ ਉੱਤੇ ਬੈਠੇ ਰਹੇ, ਪਰ 1290 ਈਸਵੀ ਵਿੱਚ ਉਹਨਾਂ ਦੇ ਹੀ ਸੈਨਾਪਤੀ ਜਲਾਲੂਦੀਨ ਖਿਲਜੀ ਨੇ ਉਹ ਕੈਮੂਰਸ ਨੂੰ ਮਾਰ ਕੇ ਦਾਸ ਵੰਸ਼ ਦਾ ਮੁਕੰਮਲ ਅੰਤ ਕਰ ਦਿੱਤਾ। ਤੇ ਹੁਣ ਦਿੱਲੀ ਸਲਤਨਤ ਇੱਕ ਨਵੇਂ ਵੰਸ਼ ਵੱਲ ਵਧਦੀ ਹੈ, ਜੋ ਕਿ ਆਪਾਂ ਅਗਲੇ ਪਾਰਟ ਵਿੱਚ ਪੜ੍ਹਾਂਗੇ। ਸੋ ਹੁਣ ਆਪਾਂ ਦੇਖਦੇ ਹਾਂ ਇਸ ਤਰ੍ਹਾਂ ਦਾਸ ਵੰਸ਼ ਦਾ ਅੰਤ ਹੋ ਗਿਆ। ਅਗਲੇ ਪਾਰਟ ਵਿੱਚ ਆਪਾਂ ਦੇਖਾਂਗੇ ਵੀ ਦਿੱਲੀ ਸਲਤਨਤ ਦੇ ਉੱਤੇ ਹੁਣ ਨਵੇਂ ਕਿਸ ਵੰਸ਼ ਨੇ ਰਾਜ ਕੀਤਾ, ਦਿੱਲੀ ਦਾ ਹੁਣ ਕੀ ਬਣਿਆ, ਦਿੱਲੀ ਦੇ ਤਖਤ 'ਤੇ ਹੁਣ ਕੌਣ ਬੈਠਿਆ। ਇਹ ਸਭ ਕਰਨ ਤੋਂ ਪਹਿਲਾਂ ਆਪਾਂ ਨੂੰ ਅੱਜ ਕੁਝ ਦੁਹਰਾਈ ਕਰਨੀ ਹੈ, ਜਾਂ ਕੁਝ ਸਵਾਲ ਨੇ ਜਿਹੜੇ ਮੈਂ ਤੁਹਾਨੂੰ ਦੱਸ ਚੁੱਕਿਆ, ਉਹਨਾਂ ਦੇ ਰਿਪਲਾਈ ਤੁਹਾਨੂੰ ਦੇਣੇ ਨੇ। ਦੇਖੋ ਪਹਿਲਾ ਸਵਾਲ ਸਾਡੇ ਕੋਲ ਕੀ ਆ ਰਿਹਾ ਹੈ, ਦਿੱਲੀ ਸਲਤਨਤ ਦੇ ਕਿਸ ਸ਼ਾਸਕ ਨੂੰ ਦਾਸ ਦਾ ਦਾਸ ਵੀ ਕਿਹਾ ਜਾਂਦਾ ਹੈ। ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਹੈ। ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਪ੍ਰਸ਼ਨ ਦਾ ਜਵਾਬ ਆਉਂਦਾ ਹੋਊਗਾ, ਕਿਉਂਕਿ ਮੈਂ ਦੱਸ ਚੁੱਕਿਆ ਸੀ। ਕੌਣ ਸੀ ਬੇਟਾ ਜੀ ਉਹ, ਇਲਤਤੁਮਿਸ਼। ਇਲਤਤੁਮਿਸ਼ ਨੂੰ ਦਾਸ ਦਾ ਦਾਸ ਵੀ ਕਿਹਾ ਜਾਂਦਾ ਸੀ। ਇਲਤਤੁਮਿਸ਼ ਕਿਹਦਾ ਦਾਸ ਸੀ, ਕੁਤਬਦੀਨ ਐਬਕ ਦਾ। ਕੁਤਬਦੀਨ ਐਬਕ ਕਿਹਦਾ ਦਾਸ ਸੀ, ਜਿਹੜਾ ਉਹਨਾਂ ਨੂੰ ਗਜਨੀ ਵਾਪਸ ਜਾਂਦਾ ਹੋਇਆ ਭਾਰਤ ਵਿੱਚ ਆਪਣੇ ਪ੍ਰਦੇਸ਼ ਦੇ ਕੇ ਗਿਆ ਸੀ। ਕੌਣ ਸੀ, ਮੁਹੰਮਦ ਗੌਰੀ ਦਾ ਦਾਸ ਕੌਣ ਸੀ,
ਕੁਤਬਦੀਨ ਐਬਕ। ਕੁਤਬਦੀਨ ਐਬਕ ਦਾ ਦਾਸ ਕੌਣ ਸੀ? ਇਲਤੁਤਮਿਸ਼। ਤਾਂ ਕੀ ਬਣਿਆ? ਦਾਸ ਦਾ ਦਾਸ ਕੌਣ ਹੋਇਆ? ਇਲਤੁਤਮਿਸ਼। ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਬੇਟਾ, ਯਾਦ ਰੱਖਿਓ। ਹੁਣ ਆ ਗਿਆ ਲਹੂ ਅਤੇ ਲੋਹੇ ਦੀ ਨੀਤੀ ਕਿਸਨੇ ਅਪਣਾਈ? ਆਪਾਂ ਹੁਣੀ ਪੜ੍ਹ ਕੇ ਆਏ ਹਾਂ। ਕੌਣ ਸੀ? ਗਿਆਸੁਦੀਨ ਬਲਬਨ। ਗਿਆਸੁਦੀਨ ਬਲਬਨ ਨੇ ਲਹੂ ਅਤੇ ਲੋਹੇ ਦੀ ਨੀਤੀ ਅਪਣਾਈ, ਜਿਹਨੂੰ ਆਪਾਂ ਬਲੱਡ ਐਂਡ ਆਇਰਨ ਪਾਲਿਸੀ ਬੋਲ ਕੇ ਆਏ ਹਾਂ ਹੁਣੀ। ਅਗਲਾ ਪ੍ਰਸ਼ਨ ਸਾਡੇ ਕੋਲ ਆ ਰਿਹਾ ਹੈ, ਭਾਰਤ ਦੀ ਪਹਿਲੀ ਮੁਸਲਿਮ ਮਹਿਲਾ ਸ਼ਾਸਕ ਕੌਣ ਸੀ? ਪਤਾ ਹੈ ਸਾਰਿਆਂ ਨੂੰ ਕੌਣ ਸੀ? ਰਜੀਆ ਸੁਲਤਾਨ। ਬਹੁਤ ਇੰਪੋਰਟੈਂਟ ਹੈ, ਪਹਿਲੀ ਅਤੇ ਅਖੀਰਲੀ ਮੁਸਲਿਮ ਸ਼ਾਸਕ ਰਜੀਆ ਸੁਲਤਾਨ। ਸੋ ਅਗਲਾ ਤੇ ਅਖੀਰਲਾ ਪ੍ਰਸ਼ਨ ਹੈ ਸਾਡੇ ਕੋਲੇ, ਰਜੀਆ ਸੁਲਤਾਨ ਕਿਸ ਦੀ ਪੁੱਤਰੀ ਸੀ? ਹਾਂ ਵੀ ਫਟਾਫਟ ਦੱਸੋ, ਕਿਸ ਦੀ ਪੁੱਤਰੀ ਸੀ? ਬਿਲਕੁਲ ਸਹੀ, ਇਲਤੁਤਮਿਸ਼ ਦੀ ਪੁੱਤਰੀ ਸੀ ਬੇਟਾ ਰਜੀਆ ਸੁਲਤਾਨ। ਸੋ ਇਹ 4 ਪ੍ਰਸ਼ਨ ਨੇ, ਬੜੇ ਇੰਪੋਰਟੈਂਟ ਨੇ। ਮੈਨੂੰ ਉਮੀਦ ਹੈ ਵੀ ਤੁਹਾਨੂੰ ਸਾਰੇ ਇਹ ਪ੍ਰਸ਼ਨ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਸੋ ਤੁਸੀਂ ਇੰਨਾ ਲੰਬਾ ਸਮਾਂ ਮੇਰੇ ਨਾਲ ਬਣੇ ਰਹੇ, ਇਸ ਚੈਪਟਰ ਨੂੰ ਧਿਆਨ ਨਾਲ ਸਮਝਿਆ। ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਸਮਝ ਵੀ ਆ ਗਿਆ ਹੋਊਗਾ। ਬਾਕੀ ਬੇਟਾ ਆਪਣੇ ਪੁਸਤਕ ਦੇ ਵਿੱਚੋਂ ਕੁਝ ਪ੍ਰਸ਼ਨ ਨੇ ਹੋਰ, ਉਹ ਨਾਲ ਇਹਦੇ ਮੈਚ ਕਰ ਲਿਓ। ਆਪਾਂ ਅਗਲੇ ਪਾਰਟ ਵਿੱਚ ਫੇਰ ਮਿਲਾਂਗੇ। ਇੰਨਾ ਲੰਬਾ ਸਮਾਂ ਮੇਰੇ ਨਾਲ ਬਣੇ ਰਹਿਣ ਵਾਸਤੇ ਤੇ ਇਸ ਪਾਠ ਨੂੰ ਸੁਣਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਕਿਰਪਾ ਕਰਕੇ ਘਰ ਵਿੱਚ ਹੀ ਰਹਿਣਾ ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ, ਨਾਲ ਪੜ੍ਹਾਈ ਵੀ ਕਰੀ ਜਾਣਾ। ਥੈਂਕ ਯੂ ਵੈਰੀ ਮੱਚ। ਪਲੀਜ਼ ਟੇਕ ਕੇਅਰ ਆਫ ਯੋਰਸੈਲਫ। ਥੈਂਕ ਯੂ।